ਸ਼ਬਦ ਵਿਚਾਰ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ ਹਨ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਅੰਮ੍ਰਿਤਮਈ ਬਾਣੀ ਦੇ ਦੁਆਰਾ ਜੋ ਸਾਨੂੰ ਮਨੁੱਖੀ ਜੀਵਾਂ ਨੂੰ, ਦੁਨਿਆਵੀ ਜੀਵਾਂ ਨੂੰ ਸਮਝਾਇਆ ਜਾ ਰਿਹਾ ਹੈ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਫਰੀਦਾ ਇੰਨੀ ਨਿੱਕੀ ਜੰਗੀਐ, ਥਲ ਡੂੰਗਰ ਭਵਿਓਮ। ਅੱਜ ਫਰੀਦੈ ਕੁਜੜਾ, ਸੈ ਕੋਹਾਂ ਥਿਓਮ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀਆਂ ਨੇ ਸਰਵਨ ਕੀਤੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1378 ਔਰ 79 ਦੇ ਉੱਪਰ ਸੁਭਾਏਮਾਨ ਨੇ। ਫਰੀਦ ਸਾਹਿਬ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਜੋਬਨ ਤੇ ਬੜੇਪੇ ਦਾ ਜ਼ਿਕਰ ਕਰਦੇ ਨੇ ਕਿ ਜੋਬਨ ਦੇ ਵਿੱਚ ਇਹ ਸਰੀਰ ਜਿਹੜਾ ਸਾਡਾ ਭੱਜ ਦੌੜ ਕਰਦਾ ਹੈ, ਇਹ ਸਰੀਰ ਦੇ ਵਿੱਚ ਜੋ ਸਾਡੇ ਜੋਬਨ ਦੇ ਵਿੱਚ ਜਾਨ ਹੁੰਦੀ ਹੈ, ਤਾਕਤ ਪਾਵਰ ਹੁੰਦੀ ਹੈ, ਔਰ ਜੋ ਬੜੇਪਾ ਸਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ। ਜਿਹੜੀ ਭੱਜ ਦੌੜ ਅਸੀਂ ਜੋਬਨ ਵਿੱਚ ਕਰਦੇ ਹਾਂ, ਉਹ ਬੜੇਪੇ ਦੇ ਵਿੱਚ ਨਹੀਂ ਹੁੰਦੀ। ਬੜੇਪੇ ਵਿੱਚ ਸਰੀਰ ਦਾ ਕਮਜ਼ੋਰ ਹੋ ਜਾਣਾ, ਹੱਡੀਆਂ ਦਾ ਕਮਜ਼ੋਰ ਹੋ ਜਾਣਾ। ਤੇ ਬਜ਼ੁਰਗ ਅਕਸਰ ਇੱਕ ਗੱਲ ਕਹਿੰਦੇ ਨੇ ਕਿ ਜਦੋਂ ਅਸੀਂ ਜਵਾਨ ਹੁੰਦੇ ਸੀ, ਜੋਬਨ ਵਿੱਚ ਸੀ, ਤੇ ਬੜੀ ਭੱਜ ਦੌੜ ਕਰ ਲੈਂਦੇ ਸੀ, ਥਕਾਵਟ ਮਹਿਸੂਸ ਹੀ ਨਹੀਂ ਸੀ ਹੁੰਦੀ। ਕਿੰਨਾ ਕਿੰਨਾ ਸਫ਼ਰ ਪੈਦਲ ਚੱਲ ਕੇ ਤੈਅ ਕਰ ਲੈਣਾ। ਭੱਜ ਦੌੜ ਕਰਦਿਆਂ, ਮਿਹਨਤ ਕਰਦਿਆਂ ਕਦੇ ਥਕਾਵਟ ਨਹੀਂ ਸੀ ਹੁੰਦੀ। ਤੇ ਹੁਣ ਜਦੋਂ ਬੜੇਪਾ ਆਇਆ, ਇਸ ਬੜੇਪੇ ਨੇ ਐਸਾ ਕਮਜ਼ੋਰ ਕਰ ਦਿੱਤਾ ਕਿ ਪੈਰਾਂ ਦੇ ਉੱਤੇ ਖਲੋਣਾ ਵੀ ਔਖਾ ਲੱਗਦਾ ਹੈ, 2 ਕਦਮ ਤੁਰਨਾ ਵੀ ਔਖਾ ਲੱਗਦਾ ਹੈ। ਔਰ ਇਹਨਾਂ ਪੈਰਾਂ ਨੂੰ ਕਹਿਣ ਲੱਗੇ ਭਾਰ ਪਾਉਣਾ ਵੀ ਔਖਾ ਤੇ ਚੌਂਕੜਾ ਮਾਰਨਾ ਵੀ ਔਖਾ ਲੱਗਦਾ ਹੈ, ਕਿਉਂਕਿ ਹੁਣ ਬੜੇਪੇ ਨੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ। ਇਹਦਾ ਹਵਾਲਾ ਦੇ ਕੇ ਫਰੀਦ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ ਕਿ ਤੂੰ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਜੋਬਨ ਦੇ ਵਿੱਚ ਕਰ। ਜੇ ਬੜੇਪਾ ਆ ਗਿਆ ਤੇ ਫਿਰ ਤੂੰ ਆਪਣਾ ਨਹੀਂ ਸੰਭਾਲ ਸਕੇਗਾ, ਤੂੰ ਨਾਮ ਦੀ ਸੰਭਾਲ ਕਿੱਥੋਂ ਕਰੇਗਾ। ਜਿਵੇਂ ਭਗਤ ਭੀਖਨ ਜੀ ਨੇ ਸਮਝਾਉਣ ਦਾ ਯਤਨ ਕੀਤਾ, ਕਈ ਵਾਰ ਜੋਬਨ ਦੇ ਵਿੱਚ ਅਸੀਂ ਆਪਣੇ ਜਵਾਨ ਧੀਆਂ ਪੁੱਤਰਾਂ ਨੂੰ ਆਖੀਏ
ਕਿ ਤੁਸੀਂ ਨਿਤਨੇਮ ਕਰੋ, ਸੰਗਤ ਕਰੋ, ਸੇਵਾ ਕਰੋ, ਬਾਣੀ ਦਾ ਅਭਿਆਸ ਕਰੋ। ਇਹ ਉਹ ਇੱਕੋ ਗੱਲ ਕਹਿੰਦੇ ਨੇ, ਕਹਿੰਦੇ ਸਾਡਾ ਹਜੇ ਸਮਾਂ ਨਹੀਂ। ਇਹ ਨਿਤਨੇਮ, ਅੰਮ੍ਰਿਤ ਬਾਣੀ ਨਾਲ ਜੁੜਨਾ, ਸੰਗਤ ਕਰਨੀ, ਸੇਵਾ ਕਰਨੀ, ਇਹ ਤਾਂ ਜਦੋਂ ਬੜੇਪਾ ਆਏਗਾ ਫਿਰ ਅਸੀਂ ਵੇਖਾਂਗੇ। ਗੁਰਬਾਣੀ ਵਿੱਚੋਂ ਕੁਝ ਗੱਲਾਂ ਨੂੰ ਆਪਾਂ ਸਮਝ ਕੇ ਚੱਲਣਾ ਹੈ। ਪਹਿਲੀ ਗੱਲ ਤੇ ਬਹੁਤੀ ਲੰਬੇਰੀ ਆਸ ਰੱਖਣ ਲਈ ਮਹਾਰਾਜ ਕਹਿੰਦੇ ਹੀ ਨਹੀਂ। ਕਹਿੰਦੇ ਜੇ ਆਸ ਰੱਖਣੀ ਆ ਤਾਂ ਸਿਰਫ ਇੱਕ ਦਮ ਦੀ ਆਸ ਰੱਖ ਕੇ ਚੱਲ। ਬਸ ਇਹ ਅੰਦਰ ਭਾਵਨਾ ਰੱਖ ਕੇ ਚੱਲ ਕਿ ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ, ਵੀ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ, ਅਗਲਾ ਦਮ ਮਿਲਣਾ ਵੀ ਹੈ ਕਿ ਨਹੀਂ ਮਿਲਣਾ। ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦੇ ਆਪਾਂ ਆਦਮੀ ਆ। ਦਮ ਹੈ ਤੇ ਆਦਮੀ ਹਾਂ। ਜੇ ਸਾਡੇ ਕੋਲ ਦਮ ਹੀ ਨਹੀਂ ਤੇ ਫਿਰ ਅਸੀਂ ਆਦਮੀ ਨਹੀਂ, ਫਿਰ ਅਸੀਂ ਮੁਰਦਾ ਹਾਂ। ਚਲੋ ਇੰਨਾ ਵੀ ਨਿਰਾਸ਼ ਨਾ ਹੋ ਜਾਈਏ, ਕੁਝ ਕੁ ਆਸ ਸਾਡੇ ਅੰਦਰ ਜਿਹੜੀ ਹੈ ਰੱਖੀ। ਵੀ ਮੰਨ ਲਓ ਵੀ ਤੁਸੀਂ ਕਹਿੰਦੇ ਹੋ ਵੀ ਅਸੀਂ ਨਾਮ ਦਾ ਅਭਿਆਸ, ਨਾਮ ਦੀ ਕਮਾਈ ਬੜੇਪੇ ਵਿੱਚ ਕਰਾਂਗੇ। ਪਰ ਭੀਖਨ ਜੀ ਕਹਿੰਦੇ ਨੇ, ਕਹਿਣ ਲੱਗੇ ਵੀ ਜੇ ਤੇਰੇ ਬੜੇਪਾ ਆ ਵੀ ਗਿਆ, ਕਿ ਤੈਨੂੰ ਪੂਰੀ ਆਸ ਹੈ ਕਿ ਤੂੰ ਸੰਗਤ ਦੇ ਵਿੱਚ ਬੈਠਣ ਜੋਗਾ ਹੋ ਜਾਏਗਾ, ਤੂੰ 4 ਕਦਮ ਚੱਲ ਕੇ ਆਉਣ ਜੋਗਾ ਹੋ ਜਾਏਗਾ। ਪੂਰੀ ਆਸ ਹੈ ਕਿ ਤੂੰ ਇਹਨਾਂ ਹੱਥਾਂ ਦੇ ਨਾਲ ਸੇਵਾ ਕਰ ਸਕੇਂਗਾ, ਇਸ ਜ਼ੁਬਾਨ ਤੋਂ ਤੂੰ ਪਰਮੇਸ਼ਵਰ ਦਾ ਨਾਮ ਲੈ ਸਕੇਂਗਾ। ਭਗਤ ਭੀਖਨ ਜੀ ਕਹਿੰਦੇ, ਨੈਨੋ ਨੀਰ ਪਏ ਤਨ ਖੀਨਾ, ਪਏ ਕੇਸ ਦੁੱਧਵਾਨੀ, ਰੁਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪਰਾਨੀ। ਹੁਣ ਦੱਸ ਤੂੰ ਕੀ ਕਰੇਂਗਾ ਜਦੋਂ ਤੇਰੇ ਅੱਖਾਂ ਵਿੱਚੋਂ ਆਪਣੇ ਆਪ ਹੀ ਪਾਣੀ ਵਹਿਣ ਲੱਗ ਪਿਆ, ਜਦੋਂ ਤੇਰੀ ਜ਼ੁਬਾਨ ਲੜਖੜਾਉਣ ਲੱਗ ਪਈ, ਤੇਰੇ ਮੁਖ ਤੋਂ ਇਹ ਸਾਫ਼-ਸਾਫ਼ ਸ਼ਬਦ ਜਿਹੜੇ ਨਾ ਨਿਕਲੇ, ਤੇਰਾ ਤਨ ਕਮਜ਼ੋਰ ਹੋ ਗਿਆ, ਚਮੜੀ ਤੇਰੀ ਢਲ ਗਈ, ਹੱਥ ਪੈਰ ਤੇਰੇ ਕੰਬਣ ਲੱਗ ਪਏ, ਉਸ ਵੇਲੇ ਦੱਸ ਤੂੰ ਆਪਣੀ ਸੰਭਾਲ ਕਰੇਂਗਾ ਕਿ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰੇਂਗਾ। ਇਸ ਲਈ ਤੂੰ ਆਪਣੇ ਇਸ ਜੋਬਨ ਨੂੰ ਅਜਾਈ ਨਾ ਗਵਾ, ਤੂੰ ਇਸ ਜੋਬਨ ਨੂੰ ਬੇਅਰਥ ਜਿਹੜਾ ਇਹ ਨਾ ਗਵਾ। ਇਹ ਤੇ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਜੋਬਨ ਵਿੱਚ ਅਸੀਂ ਪਹਾੜ ਵੀ ਚੜ੍ਹ ਲੈਂਦੇ ਸੀ ਭੱਜ ਕੇ, ਔਰ ਇਸ ਧਰਤੀ ਤੇ ਵੀ ਅਸੀਂ ਇਹਨਾਂ ਪੈਰਾਂ ਦੇ ਸਹਾਰੇ ਬੜੀ ਭੱਜ ਦੌੜ ਕਰ ਲਈ, ਤੇ ਹੁਣ ਜਦੋਂ ਬੜੇਪਾ ਆਇਆ, ਪਹਾੜ ਤਾਂ ਚੜ੍ਹਨਾ ਦੂਰ ਦੀ ਗੱਲ ਹੈ, ਹੁਣ ਤਾਂ ਘਰ ਵਿੱਚੋਂ ਨਿਕਲ ਕੇ 2 ਕਦਮ ਵੀ ਰੱਖਣੇ ਔਖੇ ਹੋ ਗਏ। ਇਹਦੇ ਵਿੱਚੋਂ ਆਪਾਂ ਬੜੀਆਂ ਵਿਚਾਰਾਂ ਲੈਣੀਆਂ ਨੇ। ਇਹਦਾ ਮਤਲਬ ਹੈ ਕਿ ਸਾਰੀ ਉਮਰ ਤੋਂ ਬਾਹਰ ਜਿਹੜਾ ਸੀ ਉਹ ਬਾਹਰ ਦੇ ਕਰਮ ਕਾਂਡ ਕਰਦਿਆਂ ਹੀ ਦੌੜਦਾ ਰਿਹਾ। ਬਾਹਰੋਂ ਜਿਵੇਂ ਤੈਨੂੰ ਕਿਸੇ ਨੇ ਆਖਿਆ ਵੀ 100 ਮੀਲ ਤੇ ਜਾ ਕੇ ਤੂੰ ਆਹ ਕਰਮ ਕਰਕੇ ਆ, 10 ਮੀਲ ਤੇ ਜਾ ਕੇ ਤੂੰ ਆਹ ਫਲਾਣਾ ਕਰਮ ਕਰਕੇ ਆ, ਫਲਾਣੇ ਥਾਂ ਉੱਤੇ ਤੂੰ ਨਾਰੀਅਲ ਰੱਖ ਕੇ ਆ, ਫਲਾਣੇ ਥਾਂ ਤੇ ਆਹ ਕੁਝ ਕਰਕੇ ਆ, ਤੇ ਤੂੰ ਭੱਜ ਕੇ ਚਲਾ ਜਾਂਦਾ ਸੀ। ਪਰ 2 ਕਦਮ ਉੱਤੇ ਗੁਰੂ ਦਾ ਘਰ, 2 ਕਦਮ ਦੇ ਉੱਤੇ ਤੈਨੂੰ ਸੰਗਤ ਮਿਲਣੀ ਸੀ ਕਰਨ ਵਾਸਤੇ, ਪਰ ਉਹ ਨਹੀਂ ਤੂੰ ਕੀਤੀ। ਤੂੰ ਉਹ ਨਹੀਂ ਕਰਮ ਕੀਤਾ ਸਤ ਸੰਗਤ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਨ ਵਾਲਾ। ਪਰ ਜਿਵੇਂ ਕਿਸੇ ਨੇ ਕਿਹਾ ਤੇ ਭੱਜ ਕੇ ਪਹਾੜ ਵੀ ਚੜ੍ਹ ਗਿਆ, ਦੌੜ ਕੇ ਜੰਗਲ ਵੱਲ ਵੀ ਚਲਾ ਗਿਆ। ਕੱਲ ਦੀ ਵਿਚਾਰ ਆਪ ਜੀ ਨੇ ਸਰਵਨ ਕੀਤੀ ਸੀ ਭਾਈ ਸਾਹਿਬ ਤੋਂ, ਤੇ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਕਿ ਦੌੜ ਤਾਂ ਜੰਗਲ ਤੱਕ ਲਾ ਲਈ, ਪਰ ਜਿਹਦੇ ਲਈ ਲਾਈ ਸੀ ਉਹ ਤਾਂ ਦਿਲ ਵਿੱਚ ਬੈਠਾ ਸੀ। ਜਿਹਨੂੰ ਪ੍ਰਾਪਤ ਕਰਨ ਵਾਸਤੇ ਮੈਂ ਜੰਗਲ ਤੱਕ ਦੌੜ ਲਾਈ, ਉਹ ਤਾਂ ਮਿਲਿਆ ਵੀ ਤੇ ਕਿੱਥੇ ਮਿਲਿਆ, ਮੇਰੇ ਹਿਰਦੇ ਵਿੱਚੋਂ ਮਿਲਿਆ। ਤੇ ਹੁਣ ਐਸਾ ਨਾ ਹੋਵੇ ਕਿ ਬੜੇਪਾ ਆ ਜਾਏ ਤੇ ਉਹ 2 ਕਦਮ ਤੇ ਵੀ ਉੱਠ ਕੇ ਮਿਲਣਾ ਔਖਾ ਹੋ ਜਾਏ। ਫਿਰ ਬੇਨਤੀ ਨੂੰ ਸਮਝਣਾ,
ਜਿਹੜਾ 2 ਕਦਮ ਤੇ ਮਿਲਣਾ ਸੀ ਉਹਨੂੰ ਅਸੀਂ 1000 ਕਦਮ ਤੇ ਜਾ ਕੇ ਮਿਲਣਾ ਚਾਹੁੰਦੇ ਰਹੇ ਕਿ ਸਾਨੂੰ 1000 ਕਦਮ ਤੇ ਜਾ ਕੇ ਮਿਲੇਗਾ। ਭੁਲੇਖਾ ਸੀ ਨਾ। ਤੇ ਜਿੱਦਣ ਪਤਾ ਲੱਗਾ ਵੀ ਉਹ ਤੇ 2 ਕਦਮ ਤੇ ਮਿਲ ਜਾਣਾ ਸੀ, ਉਸ ਦਿਨ 2 ਕਦਮ ਤੁਰਨੇ ਵੀ ਔਖੇ ਹੋ ਗਏ। ਬਾਬਾ ਫਰੀਦ ਸਾਹਿਬ ਜੀ ਇਹ ਸਮਝਾਉਣਾ ਚਾਹ ਰਹੇ ਨੇ। ਤੇ ਤੁਸੀਂ ਕੱਲ ਸਰਵਣ ਕੀਤਾ ਸੀ ਕਿ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ। ਹਿਆਲੀ ਦਾ ਅਰਥ ਕੀ ਹੁੰਦਾ? ਹਿਰਦਾ। ਤੇ ਰੱਬ ਤਾਂ ਤੇਰੇ ਹਿਰਦੇ ਵਿੱਚ ਵਸਦਾ ਤੇ ਤੂੰ ਚਲਾ ਗਿਆ ਜੰਗਲ ਦੇ ਵਿੱਚ। ਹੁਣ ਜਦੋਂ ਤੈਨੂੰ ਪਤਾ ਲੱਗਾ ਵੀ ਰੱਬ ਹਿਰਦੇ 'ਚ ਵਸਦਾ ਹੈ, ਹੁਣ ਤੇ 2 ਕਦਮ ਤੇਰੇ ਕੋਲੋਂ ਹਿਰਦੇ ਤੱਕ ਜਾਣਾ ਔਖਾ ਹੋ ਗਿਆ, ਕਿਉਂਕਿ ਹੁਣ ਉਮਰ ਤੇਰੀ ਲੰਘ ਗਈ, ਹੁਣ ਜ਼ਿੰਦਗੀ ਦਾ ਸਮਾਂ ਤੇਰਾ ਲੰਘ ਗਿਆ। ਇਹੀ ਕਾਰਨ ਸੀ ਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਲੋਕ ਪੜ੍ਹਦੇ ਸੁਣਦੇ ਹਾਂ ਤੇ ਉਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਤੂੰ ਆਪਣਾ ਸਾਰਾ ਜਨਮ ਹੀ ਅਕਾਰਥ ਕਰ ਲਿਆ, ਬੇਅਰਥ ਗਵਾ ਲਿਆ। ਉਸ ਮਾਲਕ ਦੇ ਗੁਣ ਨਹੀਂ ਗਾਏ, ਪਹੁੰਚ ਗਿਆ ਜੰਗਲ ਵਿੱਚ। ਮਾਲਕ ਦੇ ਗੁਣ ਨਹੀਂ ਗਾਏ 2 ਕਦਮ ਤੇ ਪਹੁੰਚ ਗਿਆ 1000 ਕਦਮ ਦਾ ਸਫ਼ਰ ਤੈਅ ਕਰਕੇ ਦਰਿਆਵਾਂ ਦੇ ਕੰਢੇ ਤੇ। ਜਿਵੇਂ ਕਿਸੇ ਨੇ ਕਿਹਾ ਤਿਵੇਂ ਹੀ ਕਰਦਾ ਰਿਹਾ, ਪਰ 2 ਕਦਮ ਤੇ ਸੰਗਤ ਨਹੀਂ ਕਰ ਸਕਿਆ। ਇਸ ਲਈ ਕਹਿ ਰਹੇ ਨੇ ਹੁਣ ਦੇਖੋ ਹਾਲਤ ਕੀ ਹੋ ਗਈ ਹੈ ਕਿ ਜਿਨ੍ਹਾਂ ਪੈਰਾਂ ਦੇ ਸਦਕੇ ਅਸੀਂ ਭੱਜ ਦੌੜ ਕਰਦੇ ਰਹੇ ਤੇ ਹੁਣ ਜਦੋਂ ਪਤਾ ਲੱਗਾ, ਹੁਣ ਤਾਂ ਇਹ 2 ਕਦਮ ਵੀ ਇਦਾਂ ਲੱਗਦਾ ਜਿਵੇਂ 1000 ਕਦਮ ਚੱਲਣਾ ਹੋਵੇ। ਹੁਣ ਤਾਂ 1 ਮੀਲ ਦਾ ਸਫ਼ਰ ਵੀ ਜਿਹੜਾ ਹੈ ਉਹ ਕਈ ਮੀਲ ਦਾ ਲੱਗਣ ਲੱਗ ਪਿਆ। ਹੁਣ ਸਰੀਰ ਦੀ ਹਾਲਤ ਇਦਾਂ ਦੀ ਹੋ ਗਈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਬਾਰ-ਬਾਰ ਸਾਨੂੰ ਇਹ ਗੱਲ ਸਮਝਾਈ। ਮਹਾਰਾਜ ਕਹਿੰਦੇ, ਤਰ ਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਤੇਰਾ ਤਰ ਨਾਪੋ, ਤੇਰਾ ਜੋਬਨ ਵਾਲਾ ਸਮਾਂ ਐਵੇਂ ਹੀ ਚਲਾ ਗਿਆ, ਬੇਕਾਰ ਹੀ ਚਲਾ ਗਿਆ। ਬਚਪਨ ਵਿੱਚ ਤੈਨੂੰ ਹੋਸ਼ ਨਹੀਂ ਸੀ, ਸਮਝ ਨਹੀਂ ਸੀ, ਬਚਪਨ ਤੇਰਾ ਵੈਸੇ ਹੀ ਲੰਘ ਗਿਆ। ਜੋਬਨ ਆਇਆ ਤੇ ਜੋਬਨ ਵਿੱਚ ਤੂੰ ਗੁੰਮਰਾਹ ਹੋ ਗਿਆ। ਜੋਬਨ ਤੇਰਾ ਲੰਘ ਗਿਆ, ਹੁਣ ਆ ਗਿਆ ਜਰ ਬੜੇਪਾ। ਹੁਣ ਤੇਰੇ ਕੋਲੋਂ 2 ਕਦਮ ਵੀ ਨਹੀਂ ਤੁਰਿਆ ਜਾਂਦਾ। ਹੁਣ ਦੱਸ ਕੀ ਕਰੇਗਾ? ਸਾਨੂੰ ਆਪਣੇ ਜੋਬਨ ਨੂੰ, ਜੇ ਅਸੀਂ ਆਪਣੇ ਬੜੇਪੇ ਨੂੰ ਸਵਾਰਨਾ ਤਾਂ ਸਾਨੂੰ ਜੋਬਨ ਸਵਾਰਨਾ ਪਏਗਾ। ਇੱਕ ਦਿਨ ਆਪ ਜੀ ਨਾਲ ਸਾਂਝ ਪਾਈ ਸੀ ਕਿ ਅਸੀਂ ਜਦੋਂ ਬਿਲਡਿੰਗ ਬਣਾਉਂਦੇ ਆ ਨਾ, ਤੇ ਬਿਲਡਿੰਗ ਬਣਾਉਣ ਲੱਗਿਆਂ ਅਸੀਂ ਸਭ ਤੋਂ ਪਹਿਲਾਂ ਧਿਆਨ ਰੱਖਦੇ ਹਾਂ ਵੀ ਨੀਹਾਂ ਮਜ਼ਬੂਤ ਹੋਣੀਆਂ ਚਾਹੀਦੀਆਂ, ਕਿਉਂਕਿ ਜਿੰਨੀਆਂ ਨੀਹਾਂ ਮਜ਼ਬੂਤ ਹੋਣਗੀਆਂ ਉਨੀਆਂ ਕੰਧਾਂ ਵੀ ਮਜ਼ਬੂਤ ਹੋਣਗੀਆਂ, ਤੇ ਜਿੰਨੀ ਕੰਧਾਂ ਮਜ਼ਬੂਤ ਹੋਣਗੀਆਂ ਉਨੀ ਛੱਤ ਵੀ ਮਜ਼ਬੂਤ ਹੋਏਗੀ। ਹੁਣ ਇਸ ਛੱਤ ਨੇ ਕਿਹਦੇ ਸਹਾਰੇ ਟਿਕਣਾ? ਕੰਧਾਂ ਦੇ। ਤੇ ਇਸ ਕੰਧ ਨੇ ਕਿਹਦੇ ਸਹਾਰੇ ਟਿਕਣਾ? ਨੀਹਾਂ ਦੇ। ਜੇ ਨੀਂਹ ਪੱਕੀ ਹੋਏਗੀ ਤੇ ਕੰਧ ਪੱਕੀ ਹੈ ਤੇ ਛੱਤ। ਜਿਹੜੀ ਨੀਂਹ ਹੈ ਨਾ, ਇਹ ਸਾਡਾ ਬਚਪਨਾ ਹੈ। ਤੇ ਜਿਹੜਾ ਸਾਡੀ ਇਹ ਕੰਧ ਦਾ ਮਤਲਬ ਸਾਡਾ ਜੋਬਨ ਹੈ, ਤੇ ਜਿਹੜੀ ਛੱਤ ਹੈ ਉਹ ਸਾਡਾ ਬੜੇਪਾ ਹੈ। ਹੁਣ ਬੜੇਪਾ ਤਾਂ ਹੀ ਟਿਕੇਗਾ ਜੇ ਕੰਧਾਂ, ਸਾਡਾ ਜੋਬਨ ਜਿਹੜਾ ਹੈ ਉਹ ਚੰਗਾ ਹੋਏਗਾ। ਤੇ ਜੋਬਨ ਨੂੰ ਚੰਗਾ ਬਣਾਉਣ ਲਈ ਸਾਨੂੰ ਨੀਹਾਂ ਪੱਕੀਆਂ ਕਰਨੀਆਂ ਪੈਣਗੀਆਂ, ਕਿਉਂਕਿ ਇੱਥੇ ਹੀ ਆ ਕੇ ਅਸੀਂ ਮਾਰ ਖਾ ਗਏ। ਅਸੀਂ ਨੀਹਾਂ ਪੱਕੀਆਂ ਕਰਨੀਆਂ ਭੁੱਲ ਗਏ। ਕਦੇ ਸਮਾਂ ਜਿਹੜੇ ਬਜ਼ੁਰਗਾਂ ਵਿੱਚ ਉੱਠੀਏ ਬੈਠੀਏ, ਤੁਸੀਂ ਆਪ ਹੀ ਦੱਸਦੇ ਹੋ ਕਿ ਜਦੋਂ ਅਸੀਂ ਬਚਪਨ ਦੇ ਵਿੱਚ ਛੋਟੇ ਹੁੰਦੇ ਸਾਂ ਤੇ ਸਵੇਰੇ ਉੱਠਦਿਆਂ ਮਾਂ ਨੇ ਕਹਿਣਾ, ਪੁੱਤਰ ਪਹਿਲਾਂ 1 ਓੰਕਾਰ ਤੋਂ ਗੁਰ ਪ੍ਰਸਾਦ ਤੱਕ ਜਾਪ ਕਰ। ਪਹਿਲਾਂ ਤੂੰ ਪਹਿਲੀ ਪੌੜੀ ਦਾ ਪਾਠ ਸੁਣਾ, ਪਹਿਲਾਂ ਤੂੰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ, ਤਾਂ ਤੈਨੂੰ ਕੁਝ ਖਾਣ ਪੀਣ ਵਾਸਤੇ ਮਿਲਣਾ ਹੈ। ਜਿੰਨਾ ਚਿਰ ਤੂੰ ਮੈਨੂੰ ਵਾਹਿਗੁਰੂ ਦਾ ਜਾਪ ਨਹੀਂ ਸੁਣਾਏਗਾ, ਪਹਿਲੀ ਪੌੜੀ ਦਾ ਪਾਠ ਨਹੀਂ ਸੁਣਾਏਗਾ, ਤੈਨੂੰ ਕੁਝ ਨਹੀਂ ਖਾਣ ਨੂੰ ਮਿਲਣਾ। ਹੁਣ ਅਸੀਂ ਅਵੇਸਲੇ ਹੋ ਗਏ। ਅਸੀਂ ਕਹਿੰਦੇ ਆ ਛੱਡੋ, ਬੱਚਾ ਹਜੇ ਛੋਟਾ, ਕੀ ਕਰਨਾ ਇਹਦੇ ਕੋਲੋਂ, ਹਜੇ ਹੁਣੇ ਹੀ ਇਹਨੂੰ ਇਸ ਪਾਸੇ ਤੋਰ ਦਈਏ। ਨਹੀਂ, ਪਹਿਲਾਂ ਕਹਿੰਦੇ ਆ ਪੁੱਤ ਕੁਝ ਖਾ ਲੈ, ਕੁਝ ਪੀ ਲੈ, ਤੂੰ ਭੁੱਖਾ ਹੋਏਗਾ, ਰਾਤ ਦਾ
ਸੁੱਤਾ ਉੱਠਿਆ ਪਹਿਲਾਂ ਪੇਟ ਭਰ ਲੈ, ਇੱਥੇ ਹੀ ਅਸੀਂ ਨੀਂਹ ਕਮਜ਼ੋਰ ਕਰ ਦਿੱਤੀ। ਅਸੀਂ ਉਹ ਐਸੀ ਨੀਂਹ ਕਮਜ਼ੋਰ ਕੀਤੀ, ਜੋਬਨ ਤੱਕ ਆਉਂਦਿਆਂ ਪਤਾ ਹੀ ਕੋਈ ਨਹੀਂ ਲੱਗਾ। ਪਰ ਮੁਬਾਰਕ ਹੈ ਉਹਨਾਂ ਪਰਿਵਾਰ ਦੇ ਜੀਆਂ ਨੂੰ, ਮਾਂ ਬਾਪ ਨੂੰ, ਜਿਹੜੇ ਬਚਪਨ ਦੇ ਵਿੱਚ ਹੀ, ਕਈ ਤਾਂ ਜਨਮ ਤੋਂ ਹੀ ਬੱਚੇ ਨੂੰ ਵਾਹਿਗੁਰੂ ਦਾ ਜਾਪ ਸੁਣਾਉਣਾ ਸ਼ੁਰੂ ਕਰਦੇ ਆ। ਕਿਉਂ? ਕਿਉਂਕਿ ਜਿਸ ਦਿਨ ਪਹਿਲੇ ਬੋਲ ਇਹਦੀ ਰਸਨਾ ਤੋਂ ਨਿਕਲਣ ਤੇ ਵਾਹਿਗੁਰੂ ਹੀ ਨਿਕਲੇ। ਮੁਬਾਰਕ ਹੈ ਉਹਨਾਂ ਨੂੰ। ਪਰ ਬਹੁਤਾਤ ਵਿੱਚ ਆਪਾਂ ਵੇਖਾਂਗੇ ਸਾਡਾ ਬਚਪਨ ਵੀ ਇਦਾਂ ਹੀ ਲੰਘ ਗਿਆ, ਸਾਡਾ ਜੋਬਨ ਵੀ ਲੰਘ ਗਿਆ, ਤੇ ਜਦੋਂ ਜੋਬਨ ਵੀ ਅਸੀਂ ਐਵੇਂ ਲੰਘਾਤਾ ਤੇ ਬੁਢੇਪੇ ਵਿੱਚ ਕੀ ਸੰਭਾਲ ਕਰਾਂਗੇ। ਅੱਜ ਜਿਹੜੇ ਸਾਡੇ ਨੌਜਵਾਨ ਧੀਆਂ ਪੁੱਤਰ ਨਸ਼ਿਆਂ ਵਿੱਚ ਗਲਤਾਨ ਹੋਏ ਪਏ ਨੇ, ਇਹਨਾਂ ਦਾ ਬੁਢੇਪੇ ਤੱਕ ਜਾਂਦਿਆਂ ਕੀ ਬਣੇਗਾ। ਅੱਜ ਦੇ ਹਾਲਾਤ ਇਹ ਨੇ ਕਿ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਲੜ ਖੜਾਉਂਦਾ ਪਿਆ ਹੈ, ਤੇ ਜਿਹੜਾ ਬਜ਼ੁਰਗ ਹੈ ਉਹ ਚੰਗਾ ਭਲਾ ਤੁਰਿਆ, ਕਿਉਂਕਿ ਉਹਨਾਂ ਨੇ ਆਪਣੇ ਬਚਪਨ ਜੋਬਨ ਨੂੰ ਸੰਭਾਲਿਆ ਸੀ। ਇਹ ਤੇ ਆਪਾਂ ਮਹਿਸੂਸ ਕਰਦੇ ਹਾਂ ਨਾ, ਕਿਤੇ ਜਵਾਨ ਪੁੱਤਰ ਆਪਣੇ ਪਿਤਾ ਨਾਲ ਤੁਰਿਆ ਜਾਂਦਾ ਹੋਵੇ ਨਾ, ਤੇ ਹਜੇ ਪਿਤਾ ਨਹੀਂ ਕਹਿੰਦਾ ਮੈਂ ਥੱਕ ਗਿਆ, ਪੁੱਤਰ ਕਹਿੰਦਾ ਮੈਂ ਥੱਕ ਗਿਆ। ਤੇ ਜੇ ਸਾਡਾ ਜੋਬਨ ਇਸ ਤਰ੍ਹਾਂ ਦਾ ਹੋਏਗਾ ਤੇ ਫਿਰ ਅੱਗੇ ਬੁਢੇਪੇ 'ਚ ਸਾਡਾ ਕੀ ਹਾਲ ਹੋਣਾ ਜਾ ਕੇ। ਬਸ ਇਹ ਹਵਾਲਾ ਦੇ ਕੇ ਸਾਨੂੰ ਫਰੀਦ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ, ਹਜੇ ਸਮਾਂ ਹੈ, ਅੱਜ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰ। ਮਾੜੀਆਂ ਆਦਤਾਂ, ਬੁਰੀਆਂ ਆਦਤਾਂ ਨੂੰ ਛੱਡ ਦੇ। ਚੰਗਾ ਜੀਵਨ, ਨੇਕ ਜੀਵਨ ਆਪਣਾ ਬਣਾ, ਚੰਗੀਆਂ ਆਦਤਾਂ ਆਪਣੇ ਜੀਵਨ ਦੇ ਵਿੱਚ ਬਣਾ, ਤੇਰੇ ਅੱਗੇ ਜਾ ਕੇ ਇਹੀ ਕੰਮ ਆਉਣੀਆਂ ਨੇ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਇੰਨੀ ਨਿੱਕੀ ਜੰਗੀ ਐ। ਜੰਗੀ ਦਾ ਅਰਥ ਹੈ ਲੱਤਾਂ, ਇਹ ਪੈਰ। ਇੰਨੀ ਦਾ ਅਰਥ ਹੈ ਆ ਜਿਹੜੀ ਆਪਣੇ ਪੈਰਾਂ ਵੱਲ, ਆਪਣੀ ਲੱਤਾਂ ਵੱਲ ਇਸ਼ਾਰਾ ਕਰਕੇ ਸਮਝਾਉਂਦੇ ਤਾਂ ਸਾਨੂੰ ਨੇ। ਕਿਉਂਕਿ ਜੇ ਬਾਬਾ ਫਰੀਦ ਸਾਹਿਬ ਦੀ ਗੱਲ ਕਰੀਏ, ਉਹਨਾਂ ਨੂੰ ਤੇ ਬਚਪਨ ਵਿੱਚ ਹੀ ਮਾਂ ਨੇ ਗੁੜਤੀ ਦੇ ਦਿੱਤੀ। ਭਾਵੇਂ ਸ਼ੱਕਰ ਦਾ ਜਿਹੜਾ ਸਹਾਰਾ ਦੇ ਕੇ ਜੋੜਿਆ, ਪਰ ਜੋੜਿਆ ਤੇ ਸੀ ਨਾ। ਜੇ ਅੱਜ ਸਾਡਾ ਧੀ ਪੁੱਤ ਸਾਡੇ ਕੋਲੋਂ ਕੁਝ ਮੰਗਦਾ ਹੈ ਤੇ ਅਸੀਂ ਉਹਨੂੰ ਕਹੀਏ ਵੀ ਪਹਿਲਾਂ ਜਪਜੀ ਸਾਹਿਬ ਦਾ ਪਾਠ ਯਾਦ ਕਰ, ਪਹਿਲਾਂ ਤੂੰ ਜਪਜੀ ਸਾਹਿਬ ਦਾ ਪਾਠ ਯਾਦ ਕਰ ਲੈ, ਪੌੜੀਆਂ ਯਾਦ ਕਰ, ਜੋ ਤੂੰ ਮੰਗੇਗਾ ਤੈਨੂੰ ਦੇ ਦੇਵਾਂਗੇ। ਫਿਰ ਉਹ ਸੌਦਾ ਸਾਡਾ ਘਾਟੇ ਵਾਲਾ ਨਹੀਂ ਹੋਏਗਾ। ਜੇ ਅਸੀਂ ਆਪਣੇ ਧੀ ਪੁੱਤ ਨੂੰ ਕੁਝ ਲੈ ਕੇ ਦਈਏ, ਉਹਦੇ ਬਦਲੇ ਜੇ ਸਾਨੂੰ ਉਹ ਜਪਜੀ ਸਾਹਿਬ ਦਾ ਪਾਠ ਕੰਠ ਕਰਕੇ ਸੁਣਾ ਦੇਵੇ, ਹੋਰ ਕੀ ਚਾਹੀਦਾ ਸਾਨੂੰ। ਤੇ ਜੇ ਬਚਪਨ ਵਿੱਚ ਹੀ ਤੁਸੀਂ ਉਹਨੂੰ ਇਸ ਪਾਸੇ ਲਾ ਦਿਓਗੇ, ਫਿਰ ਤੁਹਾਨੂੰ ਡਰ ਨਹੀਂ ਰਹੇਗਾ, ਫਿਰ ਤੁਹਾਨੂੰ ਕੋਈ ਖਤਰਾ ਨਹੀਂ ਰਹੇਗਾ ਵੀ ਮੇਰਾ ਧੀ ਪੁੱਤ ਅੱਜ ਸਕੂਲ ਤੋਂ ਕਾਲਜ ਵਿੱਚ ਚੱਲਿਆ, ਪਤਾ ਨਹੀਂ ਕਿੱਦਾਂ ਦੀ ਸੰਗਤ ਮਿਲੇਗੀ, ਪਰ ਤੁਹਾਨੂੰ ਭਰੋਸਾ ਹੋਏਗਾ ਕਿ ਮੈਂ ਇਹਨੂੰ ਬਚਪਨ ਵਿੱਚ ਜਪਜੀ ਸਾਹਿਬ ਦੇ ਪਾਠ ਨਾਲ ਜੋੜਿਆ। ਮੈਨੂੰ ਕੋਈ ਹੁਣ ਡਰ ਨਹੀਂ, ਭਾਵੇਂ ਇਹ ਜਾਵੇ ਸਕੂਲ, ਭਾਵੇਂ ਜਾਵੇ ਕਾਲਜ, ਭਾਵੇਂ ਜਿਹੜੀ ਮਰਜ਼ੀ ਸੰਗਤ ਵਿੱਚ ਜਾਵੇ, ਜਿਹੜਾ ਇਹਨੂੰ ਜਪਜੀ ਸਾਹਿਬ ਦਾ ਪਾਠ ਕੰਠ ਕਰਾਇਆ ਨਾ, ਉਹ ਪਾਠ ਗੁਰਬਾਣੀ ਇਹਨੂੰ ਕਦੇ ਡੋਲਣ ਨਹੀਂ ਦੇਗੀ। ਇਸ ਲਈ ਕਹਿ ਰਹੇ ਨੇ, ਕਹਿੰਦੇ ਫਰੀਦਾ ਇੰਨੀ ਨਿੱਕੀ ਜੰਗੀ ਐ, ਥਲ ਡੂੰਗਰ ਭਵਿਓਮ। ਭਵਿਓਮ ਦਾ ਅਰਥ ਕੀ ਹੁੰਦਾ ਹੈ? ਭਰਮਣ ਕਰਨਾ। ਇਹਨਾਂ ਲੱਤਾਂ, ਇਹਨਾਂ ਪੈਰਾਂ ਦੇ ਸਹਾਰੇ, ਥਲ ਦਾ ਅਰਥ ਹੁੰਦਾ ਹੈ ਆ ਜ਼ਮੀਨ, ਔਰ ਡੂੰਗਰ ਦਾ ਅਰਥ ਹੁੰਦਾ ਪਹਾੜ ਉੱਚੇ ਉੱਚੇ। ਕਹਿੰਦੇ ਇਸ ਧਰਤੀ ਤੇ ਵੀ ਬੜੀ ਭੱਜ ਦੌੜ ਕੀਤੀ, ਬੜੇ ਬੜੇ ਪਹਾੜਾਂ ਦੀਆਂ ਚੋਟੀਆਂ ਵੀ ਇਹਨੇ ਪੈਰਾਂ ਨੇ ਚੜ੍ਹੀਆਂ ਨੇ, ਪਰ ਉਹ ਇੱਕ ਟਾਈਮ ਸੀ, ਉਹ ਇੱਕ ਸਮਾਂ ਸੀ। ਤੇ ਅੱਜ ਸਮਾਂ ਕੀ ਆ ਗਿਆ? ਅੱਜ ਫਰੀਦੈ ਕੁਜੜਾ। ਅੱਜ ਦਾ ਅਰਥ ਬੜੇਪਾ ਵੀ ਕਰਾਂਗੇ, ਅੱਜ ਦਾ ਅਰਥ ਅੱਜ ਦਾ ਸਮਾਂ ਵੀ ਕਰਾਂਗੇ। ਵੀ ਅੱਜ ਵੇਖੋ, ਅੱਜ ਆ ਬੜੇਪਾ ਆ ਗਿਆ, ਅੱਜ ਦਾ ਦਿਨ ਵੇਖੋ ਤੇ ਪਿਛਲਾ ਦਿਨ ਵੇਖੋ। ਅਸੀਂ ਜਿਹੜਾ ਪਿਛਲਾ ਦਿਨ ਸੀ, ਉਦੋਂ ਕਹਿੰਦੇ ਸੀ ਕੱਲ ਕੰਮ ਕਰਾਂਗੇ, ਕੱਲ ਸੰਗਤ ਕਰਾਂਗੇ, ਕੱਲ ਨਾਮ ਦਾ ਅਭਿਆਸ ਕਰਾਂਗੇ, ਜਿਹੜਾ ਵੀ ਕੰਮ ਕਰਨਾ ਹੈ ਕੱਲ ਹੀ ਕਰਾਂਗੇ, ਉਹ ਵੀ ਚੰਗਾ। ਧਿਆਨ ਰੱਖਿਓ, ਬੁਰਾ ਕੰਮ ਤੇ ਕੱਲ ਤੇ ਆਪਾਂ ਪਾਉਂਦੇ ਹੀ ਕੋਈ ਨਹੀਂ। ਬੁਰੇ ਕਾਮ ਕੋ
ਉਠ ਖਲੋਇਆ, ਉਹ ਤੇ ਕਹਿੰਦੇ ਨਹੀਂ ਕੱਲ ਨੂੰ ਕਰਾਂਗੇ, ਉਹ ਤੇ ਬੰਦਾ ਉੱਠ ਕੇ ਬਸ ਦੌੜ ਪੈਂਦਾ ਹੈ। ਨਾਮ ਕੀ ਵੇਲਾ ਪੈ ਪੈ ਸੋਇਆ, ਚੰਗਾ ਕੰਮ ਕਰਨਾ ਸੀ, ਕਹਿੰਦਾ ਥੋੜਾ ਹੋਰ ਸੌਂ ਲਵਾਂ, ਥੋੜਾ ਹੋਰ ਆਰਾਮ ਕਰ ਲਵਾਂ। ਹੁਣ ਕੱਲ ਦਾ ਸਮਾਂ ਅਸੀਂ ਸੰਭਾਲਿਆ ਨਹੀਂ, ਜਦੋਂ ਸੰਭਾਲ ਕੇ ਅਸੀਂ ਜੁੜ ਸਕਦੇ ਸੀ। ਪਰ ਅੱਜ ਬਾਬਾ ਫਰੀਦ ਸਾਹਿਬ ਕਹਿੰਦੇ ਅੱਜ ਫਰੀਦੈ ਕੁਜੜਾ ਸੈ ਕੋਹਾਂ ਥੀਓਮ। ਆ ਕੁੱਜਾ ਜਿਹੜਾ ਨਾ, ਕੁੱਜਾ ਜਾਂ ਕਹਿ ਲੋ ਕਿ ਗੜਵਾ ਪਾਣੀ ਦਾ ਪੀਣ ਵਾਸਤੇ ਆ ਥੋੜੀ ਦੂਰ ਤੇ ਪਿਆ ਹੋਇਆ ਹੈ, ਪਰ ਅੱਜ ਉੱਠ ਕੇ ਉਹ ਪਾਣੀ ਦਾ ਗੜਵਾ ਚੁੱਕ ਕੇ ਪੀਣਾ ਵੀ ਔਖਾ ਲੱਗਦਾ ਹੈ। ਇਦਾਂ ਲੱਗਦਾ ਜਿਵੇਂ ਸੈ ਕੋਹਾਂ ਥੀਓਮ, ਜਿਵੇਂ 100 ਕੋਹ ਤੇ ਪਿਆ ਹੋਵੇ। ਜਾਂ ਇਹਨੂੰ ਉਹ ਮਹਿਸੂਸ ਕਰ ਸਕਦੇ ਆ ਜਿਹੜੇ ਬਜ਼ੁਰਗ ਆਪਣੇ ਸਰੀਰ ਕਰਕੇ ਕਿਰਿਆ ਨਹੀਂ ਨਾ ਕਰ ਸਕਦੇ, ਉੱਠ ਨਹੀਂ ਸਕਦੇ, ਬਹਿ ਨਹੀਂ ਸਕਦੇ। ਉਹ ਇਹਨੂੰ ਮਹਿਸੂਸ ਕਰਨਗੇ ਵੀ ਉਹਨਾਂ ਦੇ ਕੋਲ ਪਾਣੀ ਦਾ ਗਲਾਸ ਵੀ ਪਿਆ ਹੋਵੇ ਨਾ ਮੰਜੇ ਦੇ ਕੋਲ, ਤੇ ਉੱਠ ਕੇ ਉਹ ਗਲਾਸ ਚੁੱਕ ਕੇ ਪਾਣੀ ਪੀਣਾ ਹੋਵੇ ਤੇ ਬੜਾ ਔਖਾ ਹੈ ਉਹਨਾਂ ਲਈ, ਕਿਉਂਕਿ ਉਹਨਾਂ ਨੂੰ ਇਦਾਂ ਲੱਗਦਾ ਵੀ ਜਿਵੇਂ ਆ ਗਲਾਸ ਚੁੱਕਣ ਵਾਸਤੇ 100 ਕੋਹ ਪੈਂਡਾ ਤੈਅ ਕਰਨਾ ਹੋਵੇ, ਇੰਨਾ ਔਖਾ ਲੱਗਦਾ ਹੈ। ਪਰ ਇਹ ਅਵਸਥਾ ਉਹਨੂੰ ਸਮਝ ਆਏਗੀ ਜਿਸ ਤਨ ਲਾਗੈ ਸੋਈ ਜਾਣੈ। ਜਿਸ ਤਨ ਤੇ ਬੜੇਪਾ ਆਇਆ, ਕਮਜ਼ੋਰੀ ਆਈ, ਉੱਠ ਬਹਿ ਨਹੀਂ ਸਕਦਾ, ਇਹ ਤੇ ਉਹੀ ਜਾਣ ਸਕਦਾ ਵੀ ਇਹ ਵਾਕਈ ਬਾਬਾ ਫਰੀਦ ਸਾਹਿਬ ਕੀ ਕਹਿ ਰਹੇ ਨੇ। ਇਹ ਸਾਨੂੰ ਸਮਝਾ ਰਹੇ ਨੇ ਕਿ ਹਜੇ ਤੁਹਾਡੇ ਕੋਲ ਸਮਾਂ ਹੈ, ਹੱਥ ਪੈਰ ਤੁਹਾਡੇ ਚੱਲਦੇ ਫਿਰਦੇ ਨੇ। ਉਹਦੇ ਨਾਮ ਦੀ ਕਮਾਈ ਕਰੋ, ਉਹਦੇ ਨਾਮ ਦਾ ਅਭਿਆਸ ਕਰ ਲਓ। 2 ਕਦਮ ਤੁਰ ਕੇ ਗੁਰੂ ਚਰਨਾਂ ਵਿੱਚ, ਸੰਗਤ ਵਿੱਚ ਆ ਕੇ ਨਾਮ ਦਾ ਅਭਿਆਸ ਕਰ ਲਓ। ਨਹੀਂ ਤੇ ਇੱਕ ਸਮਾਂ ਐਸਾ ਆਏਗਾ ਤਰਸਾਂਗੇ ਤੇ ਸਾਨੂੰ ਸੰਗਤ ਵਿੱਚ ਆਉਣਾ ਔਖਾ ਹੋ ਜਾਏਗਾ। ਤਰਸਾਂਗੇ ਤੇ ਨਾਮ ਦਾ ਅਭਿਆਸ ਕਰਨਾ ਸਾਨੂੰ ਔਖਾ ਹੋ ਜਾਏਗਾ। ਉੱਠ ਕੇ ਬੈਠ ਕੇ ਨਾਮ ਜਪਣਾ ਵੀ ਬੜਾ ਔਖਾ ਲੱਗੇਗਾ। ਫਿਰ ਅਸੀਂ ਰੋਵਾਂਗੇ ਤੇ ਰੋ ਕੇ ਕਵਾਂਗੇ ਕਦੇ ਟਾਈਮ ਸੀ ਅਸੀਂ ਸਾਰੀ ਸਾਰੀ ਦਿਹਾੜੀ ਭੱਜਦੇ ਰਹਿੰਦੇ ਸੀ, ਸਾਰੀ ਸਾਰੀ ਦਿਹਾੜੀ। ਕਿਉਂਕਿ ਦੇਖੋ ਅੱਜ ਸਾਡੇ ਕੋਲ ਸੁੱਖ ਸੁਵਿਧਾ ਬਹੁਤ ਹੈ। ਅੱਜ ਸਾਡੇ ਬੱਚਿਆਂ ਦੀ ਹਾਲਤ ਇਦਾਂ ਦੀ ਹੋ ਗਈ ਵੀ ਘਰੋਂ ਤੁਸੀਂ ਕਹੋ ਨਾ ਬੱਚੇ ਆ ਦੁਕਾਨ ਤੇ ਜਾ ਕੇ ਆ ਸਮਾਨ ਲਿਆ, ਤੇ ਉਹ ਪੈਦਲ ਥੋੜੀ ਜਾਂਦਾ ਹੈ। ਆ ਭਾਵੇਂ ਘਰ ਦੇ ਨਾਲ ਹੀ ਦੁਕਾਨ ਹੋਵੇ, ਉਹਨੇ ਫਿਰ ਵੀ ਕਹਿਣਾ ਮੈਂ ਬਾਈਕ ਲੈ ਕੇ ਜਾਣਾ ਹੈ, ਮੈਂ ਸਕੂਟਰ ਜਾਂ ਮੋਟਰਸਾਈਕਲ ਲੈ ਕੇ ਜਾਣਾ ਹੈ। 2 ਕਦਮ ਵੀ ਨਹੀਂ ਤੁਰ ਪਾਉਂਦੇ, ਤੇ ਫਿਰ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਏਗਾ। ਇਸ ਲਈ ਅਸੀਂ ਆਪਣਾ ਜੋਬਨ ਵੀ ਕਮਜ਼ੋਰ ਕਰ ਲਿਆ, ਤੇ ਬੜੇਪਾ ਤੇ ਕੋਈ ਕੋਈ ਸਵਾਰਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਾਂਗ। ਕਿਸੇ ਕਿਸੇ ਦਾ ਬੜੇਪਾ ਜਿਹੜਾ ਉਹ ਲੇਖੇ ਵਿੱਚ ਲੱਗਦਾ ਨਹੀਂ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਅੱਜ ਤੂੰ ਨਾਮ ਦਾ ਅਭਿਆਸ ਨਾ ਕੀਤਾ, ਤੇ ਜਦੋਂ ਤੂੰ ਕਰਨ ਲੱਗੇਗਾ ਉਦੋਂ ਇਦਾਂ ਲੱਗੇਗਾ ਜਿਵੇਂ ਬਹੁਤ ਔਖਾ ਹੈ, ਬੜਾ ਮੁਸ਼ਕਲ ਹੈ। ਕਹਿੰਦੇ ਜਿਵੇਂ ਬੜੇਪਾ ਆਇਆ ਤੇ ਕੋਲ ਪਿਆ ਹੋਇਆ ਕੁੱਜਾ ਵੀ 100 ਕੋਹ ਤੇ ਨਜ਼ਰ ਆਉਂਦਾ ਨਾ, ਤੇ ਇੰਨੀ ਹਿੰਮਤ ਕਰਨੀ ਪੈਣੀ ਆ। ਇਸ ਲਈ ਤੂੰ ਇਹ ਅੱਜ ਕੱਲ ਤੇ ਨਹੀਂ, ਤੂੰ ਅੱਜ ਹੀ ਉਸ ਦੇ ਨਾਮ ਦਾ ਅਭਿਆਸ ਕਰ। ਅੱਜ ਹੀ ਤੂੰ ਪਰਮੇਸ਼ਵਰ ਦੇ ਨਾਮ ਦੀ ਕਮਾਈ ਜਿਹੜੀ ਆ ਉਹ ਕਰਨਾ ਕਰ। ਫਰੀਦਾ ਰਾਤੀ ਵੱਡੀਆਂ ਤੁਖ ਉਠਣ ਪਾਸ। ਬਾਬਾ ਫਰੀਦ ਸਾਹਿਬ ਜੀ ਰਾਤ ਦੀ ਉਦਾਹਰਨ ਦੇ ਕੇ ਇਸ ਮਨੁੱਖਾ ਜਨਮ ਦੀ ਗੱਲ ਕਰਦੇ ਨੇ। ਕਹਿਣ ਲੱਗੇ ਜਿਵੇਂ ਅਸੀਂ ਵੇਖਦੇ ਹਾਂ ਸਮੇਂ ਦੀ ਤਬਦੀਲੀ ਹੁੰਦੀ ਹੈ, ਉਹਦੇ ਵਿੱਚ ਕਦੇ ਦਿਨ ਵੱਡਾ ਹੁੰਦਾ ਹੈ ਤੇ ਕਦੇ ਰਾਤ ਵੱਡੀ ਹੁੰਦੀ ਹੈ, ਕਦੇ ਦਿਨ ਛੋਟਾ ਹੋ ਜਾਂਦਾ ਹੈ ਤੇ ਕਦੇ ਰਾਤਾਂ ਛੋਟੀਆਂ ਹੋ ਜਾਂਦੀਆਂ। ਪਰ ਜਦੋਂ ਰਾਤਾਂ ਵੱਡੀਆਂ ਹੋ ਜਾਣ ਤੇ ਉਦੋਂ ਰਾਤ ਕੱਟਣੀ ਬੜੀ ਔਖੀ ਹੋ ਜਾਂਦੀ ਹੈ। ਜਿਨ੍ਹਾਂ ਦੀ ਰੁਟੀਨ ਹੈ ਕਿ 5-6 ਘੰਟੇ ਹੀ ਆਰਾਮ ਕਰ ਸਕਦੇ ਨੇ, ਤੇ ਜੇ ਉਹਨਾਂ ਨੂੰ ਕਿਤੇ 8-10 ਘੰਟੇ ਮੰਜੇ ਤੇ ਪੈਣਾ ਪੈ ਜੇ, ਉਹ ਤਾਂ ਕਹਿੰਦੇ ਸਾਡੇ ਪਾਸੇ ਹੀ ਦੁਖਣ ਲੱਗ ਪਏ, ਸਾਡਾ ਤਾਂ ਸਰੀਰ ਹੀ ਦੁਖਣ ਲੱਗ ਪਿਆ, ਅਸੀਂ ਤੇ ਨਹੀਂ ਇੰਨੀ ਦੇਰ ਮੰਜੇ ਤੇ ਪੈ ਸਕਦੇ। ਜਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਹਰ ਕੋਈ ਮਹਿਸੂਸ ਕਰ ਸਕਦਾ ਜਿਹੜਾ ਘਰ ਵਿੱਚ 2 ਘੰਟੇ ਨਹੀਂ ਸੀ ਟਿਕਦਾ, ਤੇ ਅੱਜ ਸਾਰੀ ਸਾਰੀ ਦਿਹਾੜੀ 24-24 ਘੰਟੇ ਘਰ ਦੇ ਵਿੱਚ ਰਹਿਣਾ ਪੈਂਦਾ ਹੈ। ਤੇ ਅੱਜ ਲੋਕ ਕਹਿੰਦੇ ਆ ਵੀ ਬੜਾ ਔਖਾ ਹੈ ਘਰ ਦੇ ਵਿੱਚ ਰਹਿਣਾ, ਅਸੀਂ ਤੇ 2 ਘੰਟੇ ਨਹੀਂ ਘਰ ਵਿੱਚ ਟਿਕ ਸਕਦੇ ਸੀ, ਅੱਜ 24 ਘੰਟੇ ਘਰ ਵਿੱਚ ਰਹਿ ਕੇ ਤੇ ਸਾਡਾ ਸਰੀਰ ਦੁਖਣ ਲੱਗ ਪਿਆ।
ਕਹਿੰਦੇ ਆ ਨਾ ਅੱਜ ਅਸੀਂ ਵੀ ਸਾਡੇ ਤਾਂ ਪਾਸੇ ਹੀ ਜਿਹੜੇ ਨੇ ਦੁਖਣ ਲੱਗ ਪਏ, ਘਰ ਵਿੱਚ ਰਹਿ ਕੇ ਕੀ ਬਣੇਗਾ। ਤੇ ਕਹਿੰਦੇ ਤੂੰ ਬਾਹਰ ਦਾ ਤੇ ਤੈਨੂੰ ਪਤਾ ਹੈ, ਪਰ ਤੈਨੂੰ ਆਪਣੇ ਅਧਿਆਤਮਕ ਮੰਡਲ ਦਾ ਨਹੀਂ ਪਤਾ। ਪਰ ਧਿਆਨ ਰੱਖਿਓ, ਇਹ ਉਹ ਕਹਿੰਦੇ ਨੇ ਜਿਨ੍ਹਾਂ ਨੇ ਕਦੇ ਕਮਾਈ ਕੀਤੀ ਨਹੀਂ, ਪਰ ਜਿਨ੍ਹਾਂ ਨੇ ਕਮਾਈ ਕੀਤੀ ਸੀ ਉਹ ਤਾਂ ਘਰ ਦੇ ਵਿੱਚ ਬਹਿ ਕੇ ਵੀ। ਇੱਕ ਹੁਣ ਦੋ ਤਰ੍ਹਾਂ ਦੇ ਪ੍ਰਾਣੀ ਨੇ, ਇੱਕ ਉਹ ਨੇ ਜਿਹੜੇ ਕਹਿੰਦੇ 24 ਘੰਟੇ ਘਰ ਵਿੱਚ ਰਹਿ ਕੇ ਤੇ ਸਾਡੇ ਪਾਸੇ ਦੁਖਣ ਲੱਗ ਗਏ, ਸਾਡੇ ਹੱਡ ਦੁਖਣ ਲੱਗ ਗਏ, ਸਾਡਾ ਸਰੀਰ ਦੁਖਣ ਲੱਗ ਪਿਆ, ਸਾਡੇ ਕੋਲੋਂ ਤੇ ਨਹੀਂ ਰਹਿ ਹੁੰਦਾ। ਪਰ ਕਈ ਉਹ ਨੇ ਕਹਿਣ ਲੱਗੇ ਅਸੀਂ ਘਰ ਦੇ ਵਿੱਚ ਰਹੇ ਹਾਂ, ਇੱਕ ਸਹਿਜ ਪਾਠ ਅਸੀਂ ਕਰ ਲਿਆ, ਅਸੀਂ 2 ਸਹਿਜ ਪਾਠ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਡੇ ਕੋਲੋਂ ਪਤਾ ਹੀ ਨਹੀਂ ਲੱਗਾ ਦਿਨ ਕਦੋਂ ਲੰਘ ਗਿਆ, ਰਾਤ ਕਦੋਂ ਲੰਘ ਗਈ। ਅਸੀਂ ਬਾਣੀ ਗੁਰੂ ਸਾਹਿਬ ਨੇ ਮਿਹਰ ਕਰਤੀ, ਚਲੋ ਕਿਸੇ ਕਾਰਨ ਕਰਕੇ ਘਰ ਰਹਿਣਾ ਪੈ ਗਿਆ 24 ਘੰਟੇ, ਪਰ ਇਸ 24 ਘੰਟੇ ਦੇ ਵਿੱਚ ਪਤਾ ਹੀ ਨਹੀਂ ਲੱਗਾ ਦਿਨ ਕਦੋਂ ਲੰਘ ਜਾਂਦਾ ਸੀ, ਰਾਤ। ਇਹ ਕਿਹਨਾਂ ਦੀ? ਜਿਹੜੇ ਨਾਮ ਦੇ ਅਭਿਆਸੀ ਸਨ, ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ। ਦੂਜੀ ਗੱਲ, ਜਿਹੜੇ ਕਦੇ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ, ਜਿਨ੍ਹਾਂ ਦਾ ਉੱਠਣਾ ਹੀ 8, 9, 10 ਵਜੇ ਹੁੰਦਾ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਉੱਠਦਾ ਹੀ 10 ਵਜੇ ਆ। ਪਰ ਜਿਨ੍ਹਾਂ ਦਾ ਉੱਠਣਾ ਹੀ 3, 4, 5 ਵਜੇ ਹੈ, ਉਹ ਕਦੇ 8 ਵਜੇ ਤੱਕ ਸੌਂ ਹੀ ਨਹੀਂ ਸਕਦੇ। ਜੇ ਕਿਤੇ ਉਹ 5 ਵਜੇ ਉੱਠਣ ਵਾਲੇ ਨੂੰ ਕਿਤੇ 7 ਵਜੇ ਉੱਠਣਾ ਪੈ ਜਾਏ, ਉਹ ਕਹਿੰਦੇ ਬੜਾ ਔਖਾ ਹੈ, ਵੀ ਮੇਰੇ ਤੇ ਪਾਸੇ ਹੀ ਦੁਖਣ ਲੱਗ ਪਏ, 5 ਵਜੇ ਤੋਂ ਬਾਅਦ ਤੇ ਮੇਰੇ ਮੰਜੇ ਤੇ ਪੈਣਾ ਹੀ ਮੈਨੂੰ ਬੜਾ ਔਖਾ ਲੱਗਦਾ। ਇਹ ਆਪਣੀ ਅਵਸਥਾ ਹੈ ਨਾ ਇੱਕ। ਹੁਣ ਜਿਹਨੇ ਅੰਮ੍ਰਿਤ ਵੇਲੇ ਉੱਠਣਾ ਉਹ ਸੂਰਜ ਚੜ੍ਹਨ ਤੋਂ ਬਾਅਦ ਉੱਠ ਹੀ ਨਹੀਂ ਸਕਦਾ, ਤੇ ਜੇ ਕਿਸੇ ਦਿਨ ਉੱਠਣਾ ਪੈ ਜਾਏ ਉਹ ਤੇ ਸਾਰੀ ਦਿਹਾੜੀ ਰੋਂਦਾ ਰਹਿੰਦਾ ਹੈ ਵੀ ਅੱਜ ਮੈਂ ਲੇਟ ਕਿਉਂ ਉੱਠਿਆ, ਅੱਜ ਸਾਰੀ ਦਿਹਾੜੀ ਮੇਰੀ ਜਿਹੜੀ ਆ ਬੇਕਾਰ ਚਲੀ ਗਈ ਕਿਉਂਕਿ ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ। ਇਹ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ। ਇਸ ਲਈ ਕਹਿ ਰਹੇ ਨੇ, ਕਹਿੰਦੇ ਫਰੀਤਾ ਰਾਤੀ ਵੱਡੀਆਂ, ਜਿਹੜੀਆਂ ਰਾਤਾਂ ਵੱਡੀਆਂ ਨੇ, ਭਾਵ ਉਮਰ ਇੰਨੀ ਵੱਡੀ ਹੈ, ਸਾਰੀ ਉਮਰ ਬਸ ਐਵੇਂ ਹੀ ਗਵਾ ਦਿੱਤੀ, ਉਮਰ ਸਾਰੀ ਜ਼ਿੰਦਗੀ ਦਾ ਸਮਾਂ ਐਵੇਂ ਹੀ ਗਵਾ ਦਿੱਤਾ। ਕਿਉਂਕਿ ਇਹ ਸਾਡੇ ਜੀਵਨ ਦੀ ਕਿਤੇ ਨਾ ਕਿਤੇ ਰਾਤ ਨਾਲ ਗੁਰਬਾਣੀ ਨੇ ਸਾਨੂੰ ਜੋੜਿਆ ਹੈ। ਕਹਿਣ ਲੱਗੇ ਪ੍ਰਾਣੀ ਧਿਆਨ ਰੱਖ, ਤੂੰ ਆਇਆ ਜ਼ਿੰਦਗੀ ਦਾ ਲਾਹਾ ਲੈਣਾ, ਪਰ ਤੇਰੀ ਜ਼ਿੰਦਗੀ ਦੀ ਰਾਤ ਤਾਂ ਮੁੱਕਣ ਤੇ ਆ ਗਈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁੱਕਦੀ ਚੱਲੀ ਰਹਿਣ। ਉਹ ਰਹਿਣ ਦਾ ਮਤਲਬ ਕੀ ਹੈ? ਜ਼ਿੰਦਗੀ। ਉੱਥੇ ਰਹਿਣ ਦਾ ਅਰਥ ਆਪਾਂ ਕੀ ਕਰਾਂਗੇ? ਰਾਤ ਥੋੜੀ ਕਰਾਂਗੇ, ਰਾਤ ਤਾਂ ਇੱਕ ਆਈ ਚਲੀ ਗਈ, ਪਰ ਉੱਥੇ ਰਾਤ ਦਾ ਅਰਥ ਹੈ ਤੇਰਾ ਸਾਰਾ ਜੀਵਨ ਹੀ ਇਸੇ ਤਰ੍ਹਾਂ ਲੰਘ ਗਿਆ। ਇਸੇ ਤਰ੍ਹਾਂ ਇੱਥੇ ਵੀ ਰਾਤ ਦਾ ਅਰਥ ਸਾਡਾ ਜੀਵਨ ਹੈ ਕਿ ਤੇਰਾ ਸਾਰਾ ਜੀਵਨ ਹੀ ਜਿਹੜਾ ਹੈ ਉਹ ਵੱਡੀ ਉਮਰ ਦਾ ਤੂੰ ਹੋ ਗਿਆ, ਪਰ ਤੈਨੂੰ ਹਜੇ ਤੱਕ ਨਾਮ ਦੀ ਕਮਾਈ ਕਰਨੀ ਨਹੀਂ ਆਈ, ਹਜੇ ਤੱਕ ਤੈਨੂੰ ਅਧਿਆਤਮਕ ਗਿਆਨ ਨਹੀਂ ਹੋਇਆ, ਹਜੇ ਤੂੰ ਸਰੀਰ ਦੇ ਮੋਹ ਵਿੱਚੋਂ ਨਿਕਲ ਹੀ ਨਹੀਂ ਸਕਿਆ, ਹਜੇ ਤੂੰ ਸੰਸਾਰ ਤੋਂ ਨਿਰੰਕਾਰ ਤੱਕ ਚੱਲਣਾ ਸਿੱਖਿਆ ਹੀ ਨਹੀਂ, ਹਜੇ ਤਾਂ ਸੰਸਾਰ ਵਿੱਚ ਹੀ ਗਲਤਾਨ ਹੋਇਆ ਪਿਆ। ਫਰੀਦਾ ਰਾਤੀ ਵੱਡੀਆਂ, ਧੁਖ ਧੁਖ ਉੱਠਣ ਪਾਸ। ਕਹਿੰਦੇ ਜਿਹੜੀਆਂ ਰਾਤਾਂ ਵੱਡੀਆਂ ਹੁੰਦੀਆਂ ਨੇ ਤੇ ਉਹ ਵੱਡੀਆਂ ਰਾਤਾਂ ਦੇ ਵਿੱਚ ਜ਼ਿਆਦਾ ਚਿਰ ਕਿਤੇ ਮੰਜੇ ਤੇ ਪੈਣਾ ਪੈ ਜਾਏ ਤੇ ਪਾਸੇ ਜਿਹੜੇ ਨੇ ਉਹ ਦੁਖਣ ਲੱਗ ਜਾਂਦੇ ਨੇ। ਕਹਿਣ ਲੱਗੇ ਘਬਰਾਹਟ ਜਿਹੜੀ ਆ ਉਹ ਹੋਣ ਲੱਗ ਜਾਂਦੀ ਹੈ, ਧੁਖ ਧੁਖ ਇਕੱਠਾ ਹੋਣ ਕਰਕੇ। ਇਹਦਾ ਮਤਲਬ ਹੈ ਕਿ ਅੰਦਰ ਜਿਹੜਾ ਉਹ ਸਾੜ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰੇਸ਼ਾਨੀਆਂ, ਦੁੱਖ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਵੱਡੀ ਰਾਤ ਵਿੱਚ ਜ਼ਿਆਦਾ ਚਿਰ ਮੰਜੇ ਤੇ ਪੈਣ ਨਾਲ ਪਾਸੇ ਦੁਖਣ ਲੱਗ ਜਾਂਦੇ ਨੇ। ਇਹ ਉਦਾਹਰਨ ਦੇ ਕੇ, ਹਵਾਲਾ ਦੇ ਕੇ ਬਾਬਾ ਫਰੀਦ ਸਾਹਿਬ ਜੀ ਸਮਝਾਉਣਾ ਕਰਦੇ ਹਨ। ਤਿਗ ਤਿਨਹਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ। ਕਹਿੰਦੇ ਮੈਂ ਸੋਚਦਾ ਕਿ ਵੱਡੀਆਂ ਰਾਤਾਂ ਦੇ ਵਿੱਚ ਜ਼ਿਆਦਾ ਚਿਰ ਕਿਤੇ ਪੈਣਾ ਪੈ ਜਾਏ ਤੇ ਉੱਠਣ ਲੱਗਿਆਂ ਪਾਸੇ ਦੁਖਣ ਲੱਗ ਜਾਂਦੇ ਨੇ ਵੀ ਅੱਜ ਜ਼ਿਆਦਾ ਚਿਰ ਮੰਜੇ ਤੇ ਪੈਣ ਨਾਲ ਆਹ ਹਾਲ ਹੋ ਗਿਆ। ਤੇ ਜਿਨ੍ਹਾਂ ਨੇ ਸਾਰੀ ਉਮਰ ਦੀ ਰਾਤ ਹੀ ਆਪਣੀ ਜਿਹੜੀ ਆ ਉਹ ਗਵਾ ਲਈ, ਉਹਦੇ ਨਾਮ ਤੋਂ ਬਿਨਾਂ ਉਹਨਾਂ ਦਾ ਜੀਵਨ ਜਿਹੜਾ ਹੈ ਕਿੰਨਾ ਤ੍ਰਿਕਾਰ ਯੋਗ ਹੈ, ਕਿੰਨੀਆਂ ਫਿਟਕਾਰਾਂ ਉਹਨਾਂ ਦੇ ਜੀਵਨ ਨੂੰ ਪੈਂਦੀਆਂ ਹੋਣਗੀਆਂ। ਧਿਗ ਤਿਨਾਂ ਦਾ ਜੀਵਿਆ,
ਸਾਰੀ ਉਮਰ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਉਹਨਾਂ ਦਾ ਜੀਵਿਆ ਤ੍ਰਿਕਾਰ ਫਿਟਕਾਰ ਯੋਗ ਹੈ ਉਹਨਾਂ ਦਾ ਜੀਵਿਆ। ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਨੇ ਸਾਰੀ ਉਮਰ ਹੋਰ ਹੀ ਆਸ ਰੱਖੀ, ਜਿਹੜੀ ਆਸ ਰੱਖ ਕੇ ਮਨੁੱਖਾ ਜਨਮ ਮਿਲਿਆ ਸੀ ਉਸ ਵੱਲ ਤੇ ਤੁਰਿਆ ਹੀ ਕੋਈ ਨਹੀਂ। ਸਾਡੇ ਜੀਵਨ ਦੀ ਆਸ ਕੀ ਸੀ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨ 'ਚ ਆਸ ਰੱਖਣੀ ਸੀ ਵੀ ਮੈਂ ਇਹ ਜਨਮ ਉਹਦੇ ਲੇਖੇ ਲਾਉਣਾ ਹੈ, ਇਸ ਜਨਮ ਵਿੱਚ ਮੈਂ ਗੋਬਿੰਦ ਪਰਮੇਸ਼ਵਰ ਨੂੰ ਮਿਲਣਾ ਹੈ। ਪਰ ਇਸ ਜਨਮ ਵਿੱਚ ਤੂੰ ਵਿਡਾਣੀ ਆਸ, ਤੂੰ ਬੇਗਾਨੀਆਂ ਆਸਾਂ ਹੀ ਮਨ ਵਿੱਚ ਰੱਖਦਾ ਰਿਹਾ, ਤੂੰ ਸੰਸਾਰ ਦੀਆਂ ਹੀ ਆਸਾਂ ਮਨ ਵਿੱਚ ਰੱਖਦਾ ਰਿਹਾ। ਇੱਕ ਆਸ ਪੂਰੀ ਹੋਈ, ਦੂਜੀ ਪੈਦਾ ਹੋ ਗਈ, ਦੂਜੀ ਆਸ ਪੂਰੀ ਹੋਈ, ਤੀਜੀ ਪੈਦਾ ਹੋ ਗਈ। ਸਾਰੀ ਉਮਰ ਬਸ ਇਹਨਾਂ ਇੱਛਾਵਾਂ ਦੀ ਪੂਰਤੀ ਵਿੱਚ ਹੀ ਲੱਗਾ ਰਿਹਾ, ਪਰ ਕਦੇ ਆਪਣੇ ਅੰਦਰ ਦੀ ਆਸ ਪੂਰੀ ਕੀਤੀ ਨਹੀਂ। ਅੰਦਰ ਦੀ ਆਸ ਤਾਂ ਸੀ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਆ ਜਨਮ ਲੇਖੇ ਲਾਉਣ ਵਾਲੀ ਤੇ ਆਸ ਪੂਰੀ ਨਹੀਂ ਕੀਤੀ, ਬਸ ਬੇਗਾਨੀਆਂ ਆਸਾਂ ਮਗਰ ਹੀ ਤੁਰਦਾ ਰਿਹਾ। ਜਿਨ੍ਹਾਂ ਨੇ ਸਾਰੀ ਉਮਰ ਬਸ ਬੇਗਾਨੀਆਂ ਆਸਾਂ ਰੱਖ ਕੇ ਆਪਣੇ ਅੰਦਰ ਉਹਦੀ ਪੂਰਤੀ ਵਾਸਤੇ ਹੀ ਉਸ ਮਾਲਕ ਤੋਂ ਵਿਛੜ ਕੇ ਜ਼ਿੰਦਗੀ ਦਾ ਸਮਾਂ ਲੰਘਾ ਲਿਆ, ਧਿੱਗ ਤਿੰਨਾਂ ਦਾ ਜੀਵਿਆ, ਉਹਨਾਂ ਦਾ ਜਿਉਣਾ ਤ੍ਰਿਕਾਰ ਹੈ। ਉਹਦੇ ਜੀਵਨ ਤੇ ਫਿਟਕਾਰਾਂ, ਬਾਹਰੋਂ ਭਾਵੇਂ ਉਹਦੇ ਗਲ ਤੇ ਹਾਰ ਪੈਂਦੇ ਹੋਣ, ਪਰ ਮਹਾਰਾਜ ਕਹਿੰਦੇ ਇਹਦਾ ਮਾਨਸਿਕ ਤਲ ਵੇਖੋ, ਅਧਿਆਤਮਕ ਤਲ ਵੇਖੋਗੇ ਤੇ ਫਿਟਕਾਰਾਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਣਾ। ਧਿੱਗ ਹੈ, ਤ੍ਰਿਕਾਰ ਹੈ ਉਸ ਜੀਵਨ ਨੂੰ ਜਿਹੜਾ ਨਾਮ ਦੀ ਕਮਾਈ ਨਹੀਂ ਕਰਦਾ, ਜਿਹੜਾ ਸਤ ਸੰਗ ਵਿੱਚ ਪਰਮੇਸ਼ਵਰ ਦੇ ਨਾਮ ਨਾਲ ਨਹੀਂ ਜੁੜਦਾ। ਪਰ ਰੋਜ਼ ਹੀ ਪੜ੍ਹਦੇ ਆ, ਰੋਜ਼ ਜਿਹੜੇ ਨਿਤ ਦੇ ਨੇਮ ਦੇ ਅਭਿਆਸੀ ਨੇ, ਨਿਤ ਨੇਮ ਵਿੱਚ ਬਾਣੀ ਦਾ ਅਭਿਆਸ ਕਰਦੇ ਆ, ਉਹ ਰੋਜ਼ ਹੀ ਪੜ੍ਹਦੇ ਨੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਉਹਨਾਂ ਦਾ ਜਿਉਣਾ ਹੀ ਤ੍ਰਿਕਾਰ ਹੈ। ਇਹ ਗੱਲ ਬਾਬਾ ਫਰੀਦ ਸਾਹਿਬ ਜੀ ਸਮਝਾਉਂਦੇ ਹਨ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾ ਆਇੜਿਆ। ਹੁਣ ਦੋ ਸ਼ਲੋਕਾਂ ਦੀ ਵਿਚਾਰ ਨੂੰ ਇੱਥੇ ਫਿਰ ਸਮਝ ਲਈਏ ਕਿ ਮੈਂ ਬਚਪਨ ਤੋਂ ਲੈ ਕੇ ਬੁਢੇਪੇ ਦਾ ਸਮਾਂ ਅਜਾਈਂ ਗਵਾ ਲਿਆ। ਤਰਨ ਆਪੋ ਇਉਂ ਹੀ ਗਿਓ, ਲਿਓ ਜਰਾ ਤਨ ਜੀਤ। ਆਹ ਹਾਲਤ ਜਿਹੜੀ ਹੈ ਮੇਰੀ ਹੋ ਗਈ। ਪਰ ਇਸ ਜੋਬਨ ਤੋਂ ਬੁਢੇਪੇ ਦੇ ਸਫ਼ਰ ਵਿੱਚ ਮੇਰੇ ਕੋਲ ਮਿੱਤਰ ਆਏ ਸੀ, ਪਰ ਮੈਂ ਉਹਨਾਂ ਮਿੱਤਰਾਂ ਦੀ ਕਦਰ ਹੀ ਨਹੀਂ ਕੀਤੀ। ਮੈਨੂੰ ਸਮਝਾਉਣ ਵਾਲੇ ਬੜੇ ਆਏ, ਪਰ ਮੈਂ ਪਰਵਾਹ ਹੀ ਨਹੀਂ ਕੀਤੀ, ਕਦਰ ਹੀ ਨਹੀਂ ਕੀਤੀ ਉਹਨਾਂ ਦੀ। ਤੇ ਜੇ ਮੈਂ ਉਸ ਵੇਲੇ ਉਹਨਾਂ ਤੋਂ ਆਪਣਾ ਕੁਝ ਵਾਰ ਦਿੰਦਾ ਤੇ ਅੱਜ ਮੇਰਾ ਆਹ ਹਾਲ ਨਹੀਂ ਸੀ ਹੋਣਾ, ਅੱਜ ਮੈਂ ਦੁਖੀ ਨਹੀਂ ਸੀ ਹੋਣਾ। ਅੱਜ ਜੀਓ ਤਪਤ ਹੈ ਬਾਹਰੋਂ ਬਾਹਰ। ਜਿਹੜਾ ਮੈਂ ਤਪ ਰਿਹਾ ਨਾ ਅੰਦਰੋਂ, ਉਹ ਮੇਰੇ ਅੰਦਰ ਅੱਜ ਤਪਣਾ ਨਹੀਂ। ਉਹ ਅੰਦਰ ਦੀ ਤ੍ਰਿਸ਼ਨਾ ਦੀ ਅੱਗ, ਕਾਮ ਦੀ ਅੱਗ, ਕ੍ਰੋਧ ਦੀ ਅੱਗ ਨਹੀਂ ਸੀ ਫਿਰ ਮੇਰੇ ਅੰਦਰ ਬਲਣੀ। ਪਰ ਮੈਂ ਉਹਨਾਂ ਮਿੱਤਰਾਂ ਨੂੰ ਆਪਣੇ ਘਰ ਵੜਨ ਹੀ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਕਿਉਂਕਿ ਜਿਹੜੇ ਪਹਿਲੇ ਹੀ ਮਿੱਤਰ ਬਣਾਏ ਸੀ ਉਹਨਾਂ ਨੇ ਮੈਨੂੰ ਉਹਨਾਂ ਮਿੱਤਰਾਂ ਕੋਲ ਜਾਣ ਹੀ ਨਹੀਂ ਦਿੱਤਾ। ਧਿਆਨ ਰੱਖਿਓ, ਸਾਡੇ ਕੋਲ ਕੀ ਹੈ? ਅਵਗਣ। ਸਾਡੇ ਕੋਲ ਆਏ ਕੀ ਸੀ? ਸ਼ੁਭ ਗੁਣ। ਅਸੀਂ ਸ਼ੁਭ ਗੁਣਾਂ ਲਈ ਦਰਵਾਜ਼ਾ ਖੋਲ੍ਹਿਆ ਹੀ ਨਹੀਂ, ਕਿਉਂਕਿ ਅਸੀਂ ਤਾਂ ਅਵਗੁਣਾਂ ਲਈ ਦਰਵਾਜ਼ਾ ਖੋਲ੍ਹੀ ਬੈਠੇ ਸਾਂ। ਜਦੋਂ ਮਿੱਤਰ ਆਏ ਤੇ ਉਹਨਾਂ ਦੀ ਕਦਰ ਨਾ ਕੀਤੀ। ਜੇ ਉਸ ਵੇਲੇ ਉਹਨਾਂ ਦੀ ਕਦਰ ਕਰਦਾ ਤੇ ਮੇਰੇ ਕੋਲ ਸ਼ੁਭ ਗੁਣ ਹੁੰਦੇ ਤੇ ਅੱਜ ਮੈਨੂੰ ਇਸ ਤਰ੍ਹਾਂ ਸੜਨਾ ਨਹੀਂ ਸੀ ਪੈਣਾ, ਅੱਜ ਦੁਖੀ ਤੇ ਪਰੇਸ਼ਾਨ ਨਹੀਂ ਸੀ ਹੋਣਾ ਪੈਣਾ। ਹੁਣ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਆ ਮਿੱਤਰ ਮਨ ਨੇ ਬਣਾ ਲਏ। ਤੇ ਆਇਆ ਕੌਣ ਸੀ? ਸਤ, ਸੰਤੋਖ, ਦਇਆ, ਧਰਮ। ਕਹਿੰਦੇ ਆ ਪੰਜ ਗੁਣ ਜਿਹੜੇ ਸੀ ਆਏ ਸੀ ਮਿੱਤਰ ਬਣ ਕੇ, ਕਿ ਅਸੀਂ ਤੇਰੇ ਮਿੱਤਰ ਬਣ ਕੇ ਤੇਰਾ ਜੀਵਨ ਸਵਾਰਨਾ ਚਾਹੁੰਦੇ ਆ। ਪਰ ਇਹਨਾਂ ਪੰਜ ਗੁਣ ਨੂੰ ਮੈਂ ਧਾਰਨ ਹੀ ਨਹੀਂ ਕੀਤਾ। ਮੈਂ ਆਪਣੇ ਪੰਜ ਅਵਗੁਣ ਇਹਨਾਂ ਤੋਂ ਵਾਰੇ ਹੀ ਨਹੀਂ। ਇਸ ਲਈ ਅੱਜ ਮੇਰਾ ਇਹ ਹਾਲ ਹੋਇਆ ਤੇ ਅੱਜ ਮੈਂ ਪਛਤਾਉਣਾ। ਦੇਖੋ ਗੁਰੂ ਸਾਹਿਬ ਕਹਿੰਦੇ ਆ ਤੂੰ ਪਹਿਲੇ ਦਿਨ ਉਹ ਕੰਮ ਕਰ, ਤੈਨੂੰ ਕੱਲ ਆਉਣ ਵਾਲੇ ਸਮੇਂ 'ਚ ਪਛਤਾਉਣਾ ਨਾ ਪਏ। ਪਰ ਜੇ ਤੂੰ ਅੱਜ ਨਹੀਂ ਸਮਝੇਗਾ ਫਿਰ ਪਛਤਾਵੇਂਗਾ। ਜਿਸ ਦਿਨ ਪਛਤਾਏਂਗਾ ਉਸ ਦਿਨ ਤੇਰੇ ਹੱਥ ਪੱਲੇ ਕੁਛ ਨਹੀਂ ਹੋਣਾ। ਤੇ ਪਛਤਾਵਾ ਹੁੰਦਾ ਵੀ ਕਦੋਂ ਹੈ? ਜਦੋਂ ਹੱਥ ਖਾਲੀ ਹੋ ਜਾਣ। ਉਸ ਤੋਂ ਪਹਿਲਾਂ ਤੇ ਪਛਤਾਵਾ ਹੁੰਦਾ ਹੀ ਵੀ ਨਹੀਂ। ਹੁਣ ਇੱਥੇ ਕਹਿੰਦੇ ਫਰੀਦਾ ਜੇ ਮੈਂ ਹੁੰਦਾ ਵਾਰਿਆ। ਜੇ ਇਹਦਾ ਮਤਲਬ ਵੀ ਜੇ ਮੈਂ ਪਹਿਲਾਂ ਵਾਰਿਆ ਹੁੰਦਾ,
ਮਿੱਤਾਂ ਆਇੜੀਆਂ ਜਦੋਂ ਮੇਰੇ ਮਿੱਤ ਆਏ ਸੀ, ਸ਼ੁਭ ਗੁਣ ਮੇਰੇ ਕੋਲ ਆਏ ਸਨ। ਜਦੋਂ ਸ਼ੁਭ ਗੁਣ ਮੇਰੇ ਜੀਵਨ ਵਿੱਚ ਆਏ ਤੇ ਜੇ ਮੈਂ ਉਹਨਾਂ ਤੋਂ ਅਵਗਣ ਵਾਰ ਕੇ ਪਰੇ ਸੁੱਟ ਦਿੰਦਾ, ਮੈਂ ਅਵਗਣ ਆਪਣੀ ਜ਼ਿੰਦਗੀ ਵਿੱਚੋਂ ਦੀ ਕੱਢ ਦਿੰਦਾ। ਹੀੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ। ਕਹਿੰਦੇ ਜੇ ਮੇਰੇ ਕੋਲ ਮਿੱਤਰ ਆਏ ਸੀ ਨਾ, ਚੰਗੇ ਸ਼ੁਭ ਗੁਣਾਂ ਵਾਲੇ ਮਿੱਤਰ, ਤੇ ਜੇ ਮੈਂ ਉਹਨਾਂ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਲਿਆ ਕੇ ਅਵਗਣ ਉਹਨਾਂ ਤੋਂ ਵਾਰ ਕੇ ਪਰਾਂ ਸੁੱਟ ਦਿੰਦਾ, ਤੇ ਫਿਰ ਅੱਜ ਮੇਰਾ ਹਾਲ ਨਹੀਂ ਸੀ ਹੋਣਾ। ਹੇੜਾ ਜਲੈ, ਹਿਰਦਾ ਜਲ ਰਿਹਾ ਹੈ, ਹਿਰਦਾ ਅੰਦਰੋਂ ਸੜ ਰਿਹਾ ਹੈ। ਅੰਦਰ ਜਿਹੜੇ ਮੇਰੇ ਮਿੱਤਰ ਅਵਗਣ ਬੈਠੇ ਸੀ ਨਾ, ਉਹਨਾਂ ਨੇ ਕਾਮ ਦੀ ਅੱਗ, ਕ੍ਰੋਧ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਵਿਕਾਰਾਂ ਦੀ ਅੱਗ ਐਸੀ ਅੰਦਰ ਬਾਲ ਦਿੱਤੀ ਹੈ, ਹੁਣ ਅੰਦਰ ਜਲ ਰਿਹਾ, ਅੰਦਰ ਸੜ ਰਿਹਾ। ਔਰ ਜਲ ਕੇ ਸੜ ਕੇ ਕੀ ਹੋ ਗਿਆ? ਮਜੀਠ। ਮਜੀਠ ਜਿਹੜਾ ਹੈ ਨਾ, ਇਹ ਲਾਲ ਰੰਗ ਦਾ ਹੁੰਦਾ ਹੈ। ਅੰਦਰ ਹੁਣ ਦੇਖੋ, ਜਿਵੇਂ ਚੀਜ਼ ਬਹੁਤ ਸੜ ਜਾਏ ਤੇ ਉਹਦਾ ਕੀ ਬਣਦਾ? ਲਾਲ ਰੰਗ ਵਿੱਚ ਉਹ ਬਦਲ ਜਾਂਦਾ ਨਾ, ਕੋਲਾ ਕਾਲਾ ਹੁੰਦਾ ਹੈ, ਪਰ ਜਦੋਂ ਅੱਗ ਵਿੱਚ ਧੁਖ ਰਿਹਾ ਹੋਵੇ ਤੇ ਲਾਲ ਰੰਗ ਦਾ ਹੁੰਦਾ ਹੈ। ਲੋਹਾ ਕਾਲੇ ਰੰਗ ਦਾ ਹੈ, ਪਰ ਇਹਨੂੰ ਅੱਗ ਵਿੱਚ ਤਪਾਓਗੇ ਤੇ ਇਹ ਲਾਲ ਸੁਰਖ ਰੰਗ ਵਿੱਚ ਬਦਲ ਜਾਏਗਾ, ਪਰ ਹੈ ਤੇ ਕਾਲੇ ਰੰਗ ਦਾ, ਪਰ ਤਪ ਕੇ ਲਾਲ ਹੋ ਗਿਆ। ਇਸੇ ਤਰ੍ਹਾਂ ਕੋਲਾ ਕਾਲਾ ਹੈ, ਪਰ ਤਪ ਕੇ ਲਾਲ ਹੋ ਗਿਆ। ਕਹਿੰਦੇ ਨੇ ਮੇਰਾ ਅੰਦਰ ਇੰਨਾ ਸੜ ਚੁੱਕਾ ਹੈ, ਇਹਨਾਂ ਵਿਕਾਰਾਂ, ਇਹਨਾਂ ਅਵਗਣਾਂ ਦੇ ਕਰਕੇ ਇਦਾਂ ਲੱਗਦਾ ਜਿਉਂ ਉੱਪਰ ਅੰਗਾਰਾ, ਕਿਸੇ ਨੇ ਭਖਦਾ ਹੋਇਆ ਅੰਗਾਰਾ ਕਿਤੇ ਮੇਰੀ ਅੰਦਰ ਦੀ ਜਿੰਦ ਉੱਤੇ ਰੱਖ ਦਿੱਤਾ। ਮੇਰੇ ਹਿਰਦੇ ਦੇ ਵਿੱਚ ਕਿਸੇ ਨੇ ਭਖਦਾ ਹੋਇਆ ਅੰਗਾਰਾ ਰੱਖ ਦਿੱਤਾ, ਜਿਹੜਾ ਹੁਣ ਮੈਂ ਦਿਨ ਰਾਤ ਅੰਦਰੋਂ ਸੜ ਰਿਹਾ, ਬਲ ਰਿਹਾ ਹਾਂ। ਕਹਿੰਦੇ ਨੇ ਜੇ ਕਿਤੇ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕੀਤੀ ਹੁੰਦੀ ਤੇ ਫਿਰ ਮੈਨੂੰ ਇਸ ਤਰ੍ਹਾਂ ਸੜਨਾ ਨਹੀਂ ਸੀ ਪੈਣਾ, ਇਸ ਤਰ੍ਹਾਂ ਦੁਖੀ ਨਹੀਂ ਸੀ ਹੋਣਾ ਪੈਣਾ। ਤੇ ਗੁਰੂ ਸਾਹਿਬ ਕਹਿੰਦੇ ਵਿਗੜਿਆ ਹਜੇ ਵੀ ਕੁਛ ਨਹੀਂ ਆ, ਸਾਹ ਤੇ ਚੱਲਦਾ ਨਾ, ਦਮ ਤੇ ਹੈ ਨਾ ਤੇਰੇ ਕੋਲ। ਤੂੰ ਕੱਲ ਦੀ ਆਸ ਛੱਡ ਕੇ ਅੱਜ ਆ ਕੇ ਗੁਰਬਾਣੀ ਦੇ ਨਾਲ ਜੁੜ ਜਾ। ਇਹ ਭਖਦੇ ਹੋਏ ਅੰਗਾਰੇ ਵੀ ਤੇਰੇ ਠੰਡੇ ਹੋ ਜਾਣਗੇ, ਇਹ ਤਪਦਾ ਹੋਇਆ ਹਿਰਦਾ ਵੀ ਤੇਰਾ ਠੰਡਾ ਠਾਰ ਹੋ ਜਾਏਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਨ 부ਜੀ। ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ। ਮਹਾਰਾਜ ਕਹਿੰਦੇ ਤੂੰ ਆ ਤਾਂ ਸਹੀ, ਕਿਸੇ ਵੀ ਉਮਰੇ ਆ, ਕਿਸੇ ਵੀ ਟਾਈਮ ਆ, ਮੈਂ ਤੈਨੂੰ ਵਾਅਦਾ ਕਰਦਾ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਕਹਿੰਦੇ ਤੈਨੂੰ ਫਿਰ ਇਹ ਦੁੱਖ ਲੱਗਣ ਨਹੀਂ ਦਿਆਂਗਾ, ਤੱਤੀ ਵਾਹ ਵੀ ਤੈਨੂੰ ਲੱਗਣ ਨਹੀਂ ਦਿਆਂਗਾ। ਤੇਰਾ ਤਨ ਭਾਵੇਂ ਅੱਗ ਵਿੱਚ ਝੁਲਸ ਰਿਹਾ ਹੋਏਗਾ, ਪਰ ਤੇਰੇ ਮਨ ਨੂੰ ਠੰਡਕ ਮਿਲ ਰਹੀ ਹੋਏਗੀ, ਤੇਰਾ ਮਨ ਅੰਦਰ ਠੰਡਾ ਠਾਰ ਹੋਏਗਾ। ਤੱਤੀ ਵਾਹ ਵੀ ਤੇਰੀ ਜਿੰਦ ਨੂੰ ਤੇ ਤੇਰੇ ਮਨ ਨੂੰ ਨਹੀਂ ਲੱਗੇਗੀ, ਜੇ ਕਿਤੇ ਤੂੰ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰ ਲਵੇਂ। ਤੇ ਇਹ ਵਿਚਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉੱਪਰ ਪੂਰੀ ਢੁੱਕਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਪੁਰਬ ਹੈ, ਤੇ ਸਤਿਗੁਰੂ ਜੀ ਨੇ ਪ੍ਰਤੱਖ ਪ੍ਰਮਾਣ ਦੇ ਕੇ ਸਮਝਾਇਆ ਹੈ। ਆਪ ਤਤੀ ਤਵੀ ਤੇ ਬੈਠੇ ਨੇ ਤੇ ਤਵੀ ਤਪ ਕੇ ਲਾਲ ਹੋ ਚੁੱਕੀ ਹੈ। ਸੜਦੀ ਰੇਤਾ ਸੀਸ ਤੇ ਪੈਂਦੀ ਹੈ ਤੇ ਰੇਤ ਨੇ ਵੀ ਆਪਣਾ ਰੰਗ ਬਦਲ ਲਿਆ ਹੈ। ਕਹਿੰਦੇ ਉਬਲਦੇ ਹੋਏ ਪਾਣੀ ਵਿੱਚ ਬਹਿੰਦੇ ਨੇ, ਤਨ ਝੁਲਸ ਰਿਹਾ, ਤਨ ਸੜ ਰਿਹਾ, ਪਰ ਮਨ ਤੇ ਅੰਦਰ ਠੰਡਾ ਠਾਰ ਹੈ। ਮਨ ਦੇ ਅੰਦਰ ਤਾਂ ਸ਼ੀਤਲਤਾ ਬਣੀ ਹੋਈ। ਚਲੋ ਗੁਰੂ ਸਾਹਿਬ ਨੇ ਤਾਂ ਕਮਾਈ ਕਰਕੇ ਦੱਸਿਆ, ਪਰ ਗੁਰੂ ਕੇ ਸਿੱਖਾਂ ਨੇ ਵੀ ਕਿੱਡੀ ਕਮਾਈ ਕੀਤੀ ਹੈ। ਜਦੋਂ ਗੱਲ ਆਵੇ ਤਾਤੀ ਵਾਉ ਨਾ ਲੱਗਈ ਵਾਲੀ, ਤੇ ਉਦੋਂ ਜ਼ਿਕਰ ਆਉਂਦਾ ਵੀ ਭਾਈ ਦਿਆਲਾ ਜੀ ਵੱਲ ਹੀ ਵੇਖ ਲਈਏ, ਭਾਈ ਸਤੀਦਾਸ ਵੱਲ ਵੇਖ ਲਈਏ। ਇਹਨਾਂ ਨੂੰ ਵੀ ਤਾਂ ਅੱਗ ਦੇ ਨੇੜੇ ਲਿਆਂਦਾ ਗਿਆ, ਅੱਗ ਨੇ, ਪਾਣੀ ਨੇ ਇਹਨਾਂ ਨੂੰ ਜਿਹੜਾ ਸੀ ਝੁਲਸਾਇਆ ਵੀ, ਪਿਘਲਾਇਆ ਵੀ, ਪਰ ਅੰਦਰ ਤਤੀ ਵਾਹ ਨਹੀਂ ਇਹਨਾਂ ਦੇ ਲੱਗੀ। ਇਸ ਤਰ੍ਹਾਂ ਖਿੜੇ ਹੋਏ ਬੈਠੇ ਨੇ ਚੌਂਕੜਾ ਮਾਰ ਕੇ ਕਿ ਜਿਵੇਂ ਅੰਦਰ ਅੱਗ ਦਾ ਸੇਕ ਪਹੁੰਚ ਹੀ ਨਹੀਂ ਰਿਹਾ ਹੋਵੇ, ਅੰਦਰ ਜਿਵੇਂ ਹਿਰਦੇ ਵਿੱਚ ਠੰਡ ਵਰਤ ਰਹੀ ਹੋਵੇ, ਪਰ ਉਹ ਠੰਡ ਕਿਹਦੀ ਵਰਤ ਰਹੀ ਸੀ? ਨਾਮ ਦੀ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਨਾ, ਮਹਾਰਾਜ ਜੀ ਕਹਿੰਦੇ ਆ ਧਿਆਨ ਰੱਖਿਓ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ। ਤੁਸੀਂ ਭਾਵੇਂ ਚੰਦਰਮਾ ਦੀ ਚਾਨਣੀ ਹੇਠ ਬਹਿ ਜਾਓ,
ਭਾਵੇਂ ਚੰਦਨ ਦਾ ਲੇਪ ਜਿਹੜਾ ਠੰਡਾ ਹੁੰਦਾ ਹੈ ਉਹ ਕਰ ਲਓ, ਤੇ ਭਾਵੇਂ ਤੁਸੀਂ ਹਿਮਾਲਿਆ ਦੀ ਚੋਟੀ ਤੇ ਜਾ ਕੇ ਬਹਿ ਜਾਓ, ਪਰ ਤੁਹਾਡੇ ਅੰਦਰ ਜਿਹੜੀ ਵਿਕਾਰਾਂ ਦੀ ਅੱਗ ਲੱਗੀ ਹੈ ਨਾ, ਉਹਦੇ ਸਾੜ ਤੋਂ ਨਾ ਚੰਦਰਮਾ ਦੀ ਚਾਨਣੀ ਬਚਾ ਸਕਦੀ ਹੈ, ਨਾ ਹਿਮਾਲਿਆ ਦੀ ਬਰਫ਼ ਬਚਾ ਸਕਦੀ ਹੈ, ਤੇ ਨਾ ਚੰਦਨ ਦੀ ਠੰਡਕ ਤੁਹਾਨੂੰ ਠੰਡ ਪਾ ਸਕਦੀ ਹੈ। ਜੇ ਅੰਦਰ ਠੰਡ ਪੈਣੀ ਹੈ ਤੇ ਪਰਮੇਸ਼ਵਰ ਦੇ ਨਾਮ ਨਾਲ ਪੈਣੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਸਿਰ ਦੇ ਉੱਤੇ ਸ਼ਹੀਦੀ ਦਾ ਤਾਜ ਸਜਿਆ ਹੈ, ਸਿਰ ਤਾਜ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਨੇ। ਸਿਰ ਤਾਜ ਦਾ ਮਤਲਬ ਜਿਨ੍ਹਾਂ ਦੇ ਸਿਰ ਉੱਤੇ ਸ਼ਹੀਦੀ ਦਾ ਤਾਜ। ਪਰ ਧਿਆਨ ਰੱਖਿਓ, ਸ਼ਹੀਦੀ ਤਾਂ ਪਹਿਲੇ ਵੀ ਬੜੀਆਂ ਹੋਈਆਂ ਨੇ। ਜੇ ਦੇਖਿਆ ਜਾਏ ਤਾਂ ਇਸਲਾਮ ਧਰਮ ਵਿੱਚ ਹੁਣ ਸ਼ਹੀਦ ਇਹ ਸ਼ਬਦ ਆਇਆ ਵੀ ਤਾਂ ਇਸਲਾਮ ਦੀ ਬੋਲੀ ਵਿੱਚੋਂ ਹੈ। ਸ਼ਹੀਦ ਦਾ ਅਰਥ ਹੁੰਦਾ ਗਵਾਹੀ ਭਰਨੀ, ਤੇ ਇਹ ਸ਼ਹੀਦ ਜਿਹੜਾ ਇਹ ਤਾਂ ਇਸਲਾਮ ਧਰਮ ਵਿੱਚ ਵੀ ਸਾਨੂੰ ਵੇਖਣ ਨੂੰ ਮਿਲੇਗਾ, ਈਸਾਈ ਧਰਮ ਵਿੱਚ ਵੀ ਵੇਖਣ ਨੂੰ ਮਿਲੇਗਾ। ਪਰ ਜੇ ਤਾਜ ਸਜਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸੀਸ ਤੇ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿੱਚ ਬਖਸ਼ਿਸ਼ਾਂ ਲੈ ਕੇ ਪ੍ਰਗਟ ਹੁੰਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਕਿ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤੀ ਦੀ ਮੂਰਤ ਬਣ ਕੇ, ਕਿਉਂਕਿ ਜਿਹੜੀ ਭਗਤੀ ਦੇ ਵਿੱਚ ਸ਼ਕਤੀ ਹੁੰਦੀ ਹੈ ਉਹੀ ਤਤੀ ਤਵੀ ਤੇ ਬਿਠਾ ਸਕਦੀ ਹੈ, ਉਹੀ ਉਬਲਦੇ ਪਾਣੀ ਵਿੱਚ ਬੈਠ ਕੇ ਗਾ ਸਕਦਾ ਹੈ ਤੇਰਾ ਕੀਆ ਮਿੱਠਾ ਲੱਗਿਆ। ਜੇ ਅੰਦਰ ਭਗਤੀ ਕੋਈ ਨਹੀਂ ਤੇ ਫਿਰ ਮਾਫ ਕਰਨਾ, ਮਾੜਾ ਜਿਹਾ ਸੇਕ ਵੀ ਲੱਗ ਜੇ ਉਹ ਵੀ ਬਰਦਾਸ਼ਤ ਨਹੀਂ ਹੁੰਦਾ। ਇਸ ਲਈ ਕਹਿੰਦੇ ਭਗਤੀ ਦੀ ਮੂਰਤ ਬਣ ਕੇ ਗੁਰੂ ਰਾਮਦਾਸ ਜੀ ਦੇ ਘਰ ਉਤਰੇ ਨੇ ਗੋਇੰਦਵਾਲ ਸਾਹਿਬ, ਜਿੱਥੇ ਗੁਰੂ ਅਮਰਦਾਸ ਮਹਾਰਾਜ ਨਾਨੇ ਦੇ ਰੂਪ ਵਿੱਚ ਗੁਰੂ ਸਾਹਿਬ ਬਖਸ਼ਿਸ਼ਾਂ ਵਰਤਾਉਂਦੇ ਨੇ, ਤੇ ਬਚਪਨ ਦੇ ਵਿੱਚ ਹੀ ਬਖਸ਼ਿਸ਼ਾਂ ਦੇ ਦਿੱਤੀਆਂ ਕਿ ਦੋਤਾ ਬਾਣੀ ਕਾ ਬੋਹਿਤਾ। ਇਹ ਹੈ ਬਾਣੀ ਦਾ ਜਹਾਜ਼, ਜਿਹੜਾ ਪਤਾ ਨਹੀਂ ਕਿੰਨਿਆਂ ਨੂੰ ਗੁਰਬਾਣੀ ਦੇ ਜਹਾਜ਼ ਵਿੱਚ ਸਵਾਰ ਕਰਕੇ ਤੇ ਇੱਥੋਂ ਪਾਰ ਲੰਘਾਏਗਾ। ਬਚਪਨ ਵਿੱਚ ਇੱਕ ਨਾਮ ਦੇ ਦਿੱਤਾ ਬੋਹਿਥਾ, ਜਿਹੜਾ ਜਹਾਜ਼ ਜਿਹਦਾ ਨਾਮ ਹੈ, ਇੱਕ ਗੁਰਬਾਣੀ ਤੇ ਦੂਸਰਾ ਹਰਮੰਦਰ ਸਾਹਿਬ ਦਰਬਾਰ ਸਾਹਿਬ। ਅੱਜ ਵੀ ਆਪਾਂ ਪਹਿਲਾ ਕਦਮ ਰੱਖੀਏ ਇਦਾਂ ਹੀ ਲੱਗਦਾ ਜਿਵੇਂ ਕੋਈ ਜਹਾਜ਼ ਖਲੋਤਾ ਹੋਇਆ ਹੈ, ਤੇ ਉਹਦੇ ਵਿੱਚ ਸਵਾਰ ਹੋਣ ਵਾਲੇ ਜਿਹੜੇ ਨੇ ਆ ਰਹੇ ਨੇ। ਜੇ ਭਾਵਨਾ ਦੀ ਅੱਖ ਨਾਲ ਤੱਕਿਆ ਜਾਏ ਤਾਂ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਬਚਪਨ ਵਿੱਚ ਹੀ ਗੁੜਤੀਆਂ ਮਿਲ ਗਈਆਂ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ। ਸਮਾਂ ਆਉਂਦਾ ਹੈ ਇੱਧਰ ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ ਵੱਲ ਨੂੰ, ਕਿਉਂਕਿ ਗੁਰੂ ਰਾਮਦਾਸ ਜੀ ਆਉਂਦੇ ਨੇ, ਆ ਕੇ ਇੱਥੇ ਸਤਿਗੁਰੂ ਸੰਤੋਖ ਸਰ ਦੀ ਰਚਨਾ ਕਰਦੇ ਨੇ। ਜਿਹੜਾ ਅੱਜ ਅੰਮ੍ਰਿਤਸਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਅਸੀਂ ਸਰੋਵਰ ਜਿਹੜਾ ਵੇਖਦੇ ਹਾਂ, ਇਹਦੀ ਆਰੰਭਤਾ ਗੁਰੂ ਰਾਮਦਾਸ ਜੀ ਨੇ ਕੀਤੀ, ਮੁਕੰਮਲਤਾ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਰਦੇ ਆ। ਇੱਕ ਦਿਨ ਸਮਾਂ ਆਉਂਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਚਵਰ ਛਤਰ ਤਖਤ ਦੇ ਮਾਲਕ ਬਣਦੇ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਿਉਂਕਿ ਸ਼ਹਾਦਤ ਸਿਰਫ ਇੱਕ ਕਾਰਨ ਕਰਕੇ ਨਹੀਂ ਹੈ, ਸ਼ਹਾਦਤ ਦੇ ਕਈ ਕਾਰਨ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ, ਔਰ ਸਿਰਫ ਇੱਕ ਕਾਰਨ ਲੈ ਕੇ ਆਪਾਂ ਨਹੀਂ ਚੱਲ ਸਕਦੇ। ਕਾਰਨ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ। ਪ੍ਰਿਥੀ ਚੰਦ ਦਾ ਵਿਰੋਧ ਤਾਂ ਉਦੋਂ ਹੀ ਸ਼ੁਰੂ ਹੋ ਗਿਆ, ਉਦੋਂ ਹੀ ਉਹਨੇ ਆਪਣਾ ਵਿਰੋਧ ਸ਼ੁਰੂ ਕਰ ਦਿੱਤਾ। ਪਰ ਸ਼ਾਂਤੀ ਦੇ ਪੁੰਜ ਬਣ ਕੇ ਸਹਿਜ ਸਬਰ ਸੰਤੋਖ ਅੰਦਰ ਰੱਖ ਕੇ ਗੁਰੂ ਸਾਹਿਬ ਜੀ ਨੇ ਉਸ ਮਾਲਕ ਤੇ ਭਰੋਸਾ ਰੱਖ ਕੇ ਇੱਕੋ ਗੱਲ ਸਿਖਾਈ ਹੈ ਕਿ ਉਸ ਮਾਲਕ ਤੇ ਭਰੋਸਾ ਤੁਸੀਂ ਵੀ ਰੱਖਿਓ। ਜਿਹੜਾ ਭੋਜਨ ਛਕ ਕੇ ਮੈਂ ਸਬਰ ਸੰਤੋਖ ਬਣਾਇਆ, ਉਹੀ ਭੋਜਨ ਤੁਹਾਡੇ ਜੀਵਨ ਵਿੱਚ ਬਖਸ਼ਦਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੇ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੋ। ਪਰ ਮਹਾਰਾਜ ਕਹਿੰਦੇ ਆ ਇਹ ਭੋਜਨ ਛਕਣ ਤੋਂ ਪਹਿਲਾਂ ਜੇ ਤੈਨੂੰ ਮਾਲਕ ਨੇ ਆਪਣੇ ਨੇੜੇ ਕਰਨ ਲਈ ਆ ਦਾਤ ਦਿੱਤੀ ਆ ਨਾ, ਤਾਂ ਫਿਰ ਇੱਕ ਕੰਮ ਕਰੀ, ਕਦੇ ਅੰਦਰ ਹੰਕਾਰ ਨਾ ਲੈ ਕੇ ਆਈ। ਬਸ ਪਿਆਰ ਵਿੱਚ ਭਿੱਜ ਕੇ ਇੱਕੋ ਹੀ ਬੋਲ ਬੋਲੀ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ,
ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਇਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਸਤਿਗੁਰੂ ਜੀ ਨੇ ਸਬਰ ਰੱਖ ਕੇ ਪ੍ਰਿਥੀ ਚੰਦ ਦਾ ਜਿਹੜਾ ਵਿਰੋਧ ਸੀ ਉਹਨੂੰ ਸਹਾਰਦੇ ਰਹੇ। ਇਹ ਵਿਰੋਧ ਸ਼ੁਰੂ ਹੁੰਦਾ ਹੈ। ਦੂਸਰਾ, ਗੁਰੂ ਸਾਹਿਬ ਜੀ ਸਾਰੀ ਬਾਣੀ ਨੂੰ ਪੋਥੀਆਂ ਲਿਆ ਕੇ ਇੱਕ ਗ੍ਰੰਥ ਜਿਹੜਾ ਸਤਿਗੁਰੂ ਜੀ ਪਾਵਨ ਬੀੜ ਪਾਵਨ ਗ੍ਰੰਥ ਦਾ ਰੂਪ ਦਿੰਦੇ ਨੇ, ਜਿਹਦੇ ਵਿੱਚ ਭਗਤਾਂ ਦੀ ਬਾਣੀ ਵੀ ਗੁਰੂ ਸਾਹਿਬ ਦਰਜ ਕਰਦੇ। ਧਿਆਨ ਰੱਖਿਓ, ਦੂਸਰਾ ਕਾਰਨ, 4 ਭਗਤ ਲਾਹੌਰ ਤੋਂ ਆਏ ਸੀ, ਤੁਸੀਂ ਜਾਣਦੇ ਹੋ। ਭਗਤ ਪਿੱਲੂ ਵਰਗੇ, ਕਾਨਾ ਵਰਗੇ, ਸ਼ਾਹ ਹੁਸੈਨ ਵਰਗੇ, ਛੱਜੂ ਵਰਗੇ। ਇਹਨਾਂ 4 ਭਗਤਾਂ ਵਿੱਚੋਂ ਜਿਹੜਾ ਇੱਕ ਕਾਨਾ ਭਗਤ ਸੀ ਨਾ, ਆਪਣੇ ਆਪ ਨੂੰ ਕਹਾਉਂਦਾ, ਇਹ ਕੌਣ ਹੈ? ਇਹ ਚੰਦੂ ਦੇ ਚਾਚੇ ਦਾ ਪੁੱਤਰ ਹੈ, ਚਚੇਰਾ ਭਰਾ ਆਪਾਂ ਜਿਹਨੂੰ ਕਹਿ ਸਕਦੇ ਹਾਂ। ਤੇ ਗੁਰੂ ਸਾਹਿਬ ਨੇ ਰਾਮਸਰ ਦੇ ਅਸਥਾਨ ਤੇ ਬੈਠ ਕੇ ਜਿਹੜੀ ਬਾਣੀ ਸਾਰੀ ਇਕੱਤਰ ਕਰਕੇ ਇਹ ਥਾਲ ਬਣਾ ਕੇ ਸਾਨੂੰ ਭੋਜਨ ਪਰੋਸ ਕੇ ਦਿੱਤਾ। ਤੇ ਮਹਾਰਾਜ ਜੀ ਨੇ ਕਿਹਾ ਸੀ, ਤੁਸੀਂ ਲਾਹੌਰ ਤੋਂ ਆਏ ਹੋ, ਮੁਬਾਰਕ ਹੈ, ਤੁਹਾਡਾ ਆਉਣਾ ਮੁਬਾਰਕ, ਪਰ ਮਾਫ ਕਰਿਆ ਜੇ ਤੁਸੀਂ ਭਗਤ ਕਬੀਰ ਨਹੀਂ ਬਣ ਸਕਦੇ, ਤੁਸੀਂ ਸ਼ੇਖ ਫਰੀਦ ਨਹੀਂ ਬਣ ਸਕਦੇ, ਤੁਸੀਂ ਭਗਤ ਰਵਿਦਾਸ ਜੀ ਨਹੀਂ ਬਣ ਸਕਦੇ, ਕਿਉਂਕਿ ਤੁਸੀਂ ਨਾਮ ਦੇ ਭਗਤ ਹੋ, ਇਹ ਕਮਾਈ ਦੇ ਭਗਤ ਨੇ। ਤੁਹਾਡੇ ਵਿੱਚ ਤੇ ਇਹਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹੀ ਕਾਰਨ ਸੀ ਜਦੋਂ ਗੁਰੂ ਸਾਹਿਬ ਨੇ ਕਿਹਾ, ਅੰਮ੍ਰਿਤ ਵਿੱਚ ਮੈਂ ਜ਼ਹਿਰ ਨਹੀਂ ਪਾਉਣੀ, ਅੰਮ੍ਰਿਤ ਵਿੱਚ ਖਟਾਸ ਨਹੀਂ ਮੈਂ ਪਾਉਣੀ, ਤੇ ਇਹਨਾਂ ਨੂੰ ਕ੍ਰੋਧ ਆ ਗਿਆ। ਇਹ ਹੰਕਾਰੀ ਹੋ ਗਏ। ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਜੇ ਕੋਈ ਤੜਪਿਆ ਸੀ ਤੇ ਕਾਨਾ ਭਗਤ ਤੜਪਿਆ। ਇਹਨੂੰ ਭਗਤ ਵੀ ਆਪਾਂ ਨਹੀਂ ਕਹਿ ਸਕਦੇ, ਇਹ ਕਾਨਾ ਜਿਹੜਾ ਸੀ, ਕਹਿੰਦੇ ਇਹ ਤੜਪਿਆ। ਇਹਨੇ ਮਨ ਵਿੱਚ ਠਾਣ ਲਿਆ ਕਿ ਮੇਰੀ ਇੱਕ ਬੇਇੱਜ਼ਤੀ ਹੋਈ ਹੈ ਤੇ ਮੈਂ ਇਹਦਾ ਬਦਲਾ ਜਿਹੜਾ ਹੈ ਉਹ ਜ਼ਰੂਰ ਲਾਂਗਾ, ਕਿਉਂਕਿ ਇਹਦਾ ਲਿੰਕ ਕਿਹਦੇ ਨਾਲ ਹੈ? ਚੰਦੂ ਦੇ ਨਾਲ। ਹੁਣ 1604 ਦੇ ਵਿੱਚ ਗੁਰੂ ਸਾਹਿਬ ਜੀ ਬਾਣੀ ਦੀ ਸੰਪੂਰਨਤਾ ਕਰਦੇ ਆ, ਤੇ 1604 ਦੇ ਵਿੱਚ ਹੀ ਚੰਦੂ ਦੀ ਧੀ ਦਾ ਰਿਸ਼ਤਾ ਜਿਹੜਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਆਉਂਦਾ ਹੈ। ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਰਿਸ਼ਤਾ ਆਉਂਦਾ ਹੈ ਤੇ ਗੁਰੂ ਸਾਹਿਬ ਭਾਵੇਂ ਆਪਣੇ ਵੱਲੋਂ ਕਬੂਲ ਜਿਹੜਾ ਹੈ ਉਹ ਕਰ ਲੈਂਦੇ, ਪਰ ਜਦੋਂ ਚੰਦੂ ਨੇ ਆਖਿਆ ਕਿ ਮੇਰੀ ਧੀ ਦਾ ਰਿਸ਼ਤਾ ਕਿਸ ਘਰ ਨਾਲ ਕੀਤਾ, ਕਿੱਥੇ ਇਸ ਨੀਂਹ ਦੀ ਇੱਟ ਤੇ ਕਿੱਥੇ ਚੁਬਾਰੇ ਦੀ ਇੱਟ, ਜਦੋਂ ਇਹ ਗੱਲ ਦਾ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਸਾਹਿਬ ਜੀ ਕਹਿੰਦੇ ਇਹ ਤਾਂ ਉਹ ਘਰ ਹੈ ਜਿੱਥੇ ਪਿਆਰ ਵਾਲਿਆਂ ਨੂੰ ਗਲ ਲਾਇਆ ਜਾਂਦਾ ਹੈ, ਪਰ ਹੰਕਾਰੀਆਂ ਨਿੰਦਕਾਂ ਪਿੱਠ ਦੇ। ਜਿਹੜੇ ਹੰਕਾਰੀ ਤੇ ਨਿੰਦਕ ਹੁੰਦੇ ਨੇ ਉਹਨਾਂ ਨਾਲ ਸਾਡਾ ਕਦੇ ਤਾਲਮੇਲ ਨਹੀਂ ਬੈਠ ਸਕਦਾ। ਭਗਤਾਂ ਤੇ ਸੰਸਾਰੀਆਂ ਦਾ ਕਦੇ ਜੋੜ ਮੇਲ ਨਹੀਂ ਹੋਇਆ, ਹੰਕਾਰੀ ਦਾ ਤੇ ਨਿਮਰਤਾ ਵਾਲੇ ਦਾ ਕਦੇ ਜੋੜ ਮੇਲ ਨਹੀਂ ਹੋਇਆ। ਸਾਹਿਬ ਜੀ ਕਹਿੰਦੇ ਨਹੀਂ, ਇਹ ਰਿਸ਼ਤਾ ਸਾਨੂੰ ਜਿਹੜਾ ਹੈ ਪਰਵਾਹ ਨਹੀਂ। ਹੁਣ ਪਹਿਲਾ ਪ੍ਰਿਥੀ ਚੰਦ, ਦੂਸਰਾ ਉਹ ਕਾਨਾ, ਤੇ ਤੀਸਰਾ ਚੰਦੂ ਦੇ ਅੰਦਰ ਵੀ ਨਫ਼ਰਤ ਦੀ ਅੱਗ ਪੈਦਾ ਹੋ ਗਈ ਕਿ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲੋਂ ਇਸ ਗੱਲ ਦਾ ਜਿਹੜਾ ਹੈ ਉਹ ਬਦਲਾ ਜ਼ਰੂਰ ਲੈਣਾ ਹੈ। ਉਧਰੋਂ ਪ੍ਰਿਥੀ ਚੰਦ ਦਾ ਜ਼ੋਰ ਲੱਗਾ ਹੋਇਆ ਕਿ ਮੈਂ ਇਸ ਗੁਰਤਾ ਗੱਦੀ ਤੇ ਬਹਿਣਾ ਹੈ, ਉਧਰੋਂ ਕਾਨੇ ਦਾ ਜ਼ੋਰ ਲੱਗਾ ਹੋਇਆ ਕਿ ਮੈਂ ਆਪਣੀ ਬਾਣੀ ਗ੍ਰੰਥ ਸਾਹਿਬ ਵਿੱਚ ਦਰਜ ਕਰਾਉਣੀ ਹੈ। ਜ਼ੋਰ ਤਾਂ ਸਦੀਆਂ ਤੋਂ ਲੱਗਾ ਹੋਇਆ ਹੈ। ਅੱਜ ਕਿਹੜਾ ਘੱਟ ਕਰਦੇ ਨੇ ਲੋਕ, ਸ਼ਰਾਰਤੀ ਲੋਕ, ਉਹ ਚਾਹੁੰਦੇ ਨੇ ਬਾਣੀ ਵਿੱਚ ਰਲਾ ਕੀਤਾ। ਪਰ ਐਸੇ ਗੁਰ ਕੋ ਬਲ ਬਲ ਜਾਈਏ, ਜਿਨ੍ਹਾਂ ਨੇ ਬਣਤਰ ਹੀ ਇੰਨੇ ਕਮਾਲ ਦੀ ਬਣਾ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਦਿੱਤੀ ਹੈ ਕਿ ਕੋਈ ਇਹਦੇ ਵਿੱਚ ਘਾਟ ਵਾਦ ਘਾਟ ਕਰ ਹੀ ਨਹੀਂ ਸਕਦਾ, ਕਿਉਂਕਿ ਜੇ ਕਰੇਗਾ ਤੇ ਫਿਰ ਬਣਤਰ ਜਿਹੜੇ ਜੋੜ ਨੇ ਉਹਨਾਂ ਵਿੱਚ ਫਰਕ ਪੈ ਜਾਏਗਾ। ਇਸ ਲਈ ਕਮਾਲ ਦੀ ਬਣਤਰ ਗੁਰੂ ਸਾਹਿਬ ਨੇ ਕੀਤੀ। ਖੈਰ, ਹੁਣ ਪ੍ਰਿਥੀ ਚੰਦ ਦਾ ਪੁੱਤ ਮਿਹਰਬਾਨ, ਗ੍ਰੰਥ ਸਾਹਿਬ ਨੂੰ ਰਚਨ ਦੀ ਲੋੜ ਤਾਂ ਹੀ ਪਈ ਸੀ ਨਾ, ਮਿਹਰਬਾਨ ਬਾਣੀ ਰਚਨ ਲੱਗ ਪਿਆ ਤੇ ਨਾਮ ਗੁਰੂ ਨਾਨਕ ਸਾਹਿਬ ਜੀ ਦਾ ਵਰਤ ਕੇ ਮੋਹਰ ਨਾਨਕ ਜੀ ਦੀ ਨਾਮ ਲਾ ਕੇ ਤੇ ਬਾਣੀ ਦਾ ਪ੍ਰਚਾਰ ਕਰਨ ਲੱਗਾ। ਸਾਹਿਬ ਜੀ ਕਹਿੰਦੇ ਨਹੀਂ, ਇਹ ਤਾਂ ਗਲਤ ਹੋ ਗਿਆ। ਜਿਹੜਾ ਕਾਰਨ ਸੀ ਪਾਵਨ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨ ਦਾ। ਦੂਜੇ ਪਾਸੇ ਜਿਹੜਾ ਦਿੱਲੀ ਦੇ ਤਖਤ ਉੱਤੇ ਬੈਠਾ ਹੈ ਜਹਾਂਗੀਰ, ਕਹਿਣ ਲੱਗੇ ਇਹਦੇ ਕੋਲ ਕਈ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। ਜਿੱਥੇ ਕਹਿਣ ਲੱਗੇ ਕਾਨਾ ਹੋ ਗਿਆ, ਚੰਦੂ ਹੋ ਗਿਆ, ਪ੍ਰਿਥੀ ਚੰਦ ਹੋ ਗਿਆ, ਉੱਥੇ ਫਿਰ ਕੀ ਹੋਇਆ? ਉੱਥੇ ਸੁਲਹੀ ਖਾਂ ਤੇ ਸੁਬਹੀ ਖਾਂ ਵਰਗੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਿਟਾਉਣ ਵਾਸਤੇ ਹਰਮੰਦਰ ਸਾਹਿਬ
ਅੰਮ੍ਰਿਤਸਰ ਸਾਹਿਬ ਚੜ੍ਹਾਈ ਕਰਕੇ ਆਉਂਦੇ ਆ, ਪਰ ਆਉਂਦੇ ਨੇ ਬੇਮੌਤੇ ਮਾਰੇ ਵੀ ਜਾਂਦੇ ਨੇ ਉਹ। ਦੂਸਰਾ ਮੁਰਤਜ਼ਾ ਖਾਂ, ਜਿਹੜਾ ਬਿਲਕੁਲ ਕੱਟੜ ਹੈ, ਜਿਹੜਾ ਨਹੀਂ ਬਰਦਾਸ਼ਤ ਕਰ ਪਾ ਰਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਉਹ ਹਰਮੰਦਰ ਸਾਹਿਬ, ਦਰਬਾਰ ਸਾਹਿਬ ਦੀ ਰਚਨਾ ਕਰਕੇ 4 ਦਰਵਾਜ਼ੇ ਰੱਖ ਕੇ ਇੱਕ ਰਸਤਾ ਕਿਉਂ ਬਣਾਇਆ। ਇੱਥੇ ਤਾਂ ਸਾਰੇ ਧਰਮਾਂ ਦੇ ਲੋਕ ਆ ਰਹੇ ਨੇ, ਇੱਥੇ ਆਵਾਜ਼ ਆਉਂਦੀ ਹੈ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ। ਇਹ ਉਹ ਘਰ ਬਣਾ ਦਿੱਤਾ ਜਿੱਥੇ ਆਵਾਜ਼ ਆਉਂਦੀ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਕਹਿੰਦੇ ਨੇ ਇਹ ਜਿਹੜੇ ਕੱਟੜ ਪੰਥੀ ਸਨ, ਇਹਨਾਂ ਨੇ ਸ਼ਿਕਾਇਤਾਂ ਚਿੱਠੀਆਂ ਲਿਖੀਆਂ ਜਹਾਂਗੀਰ ਨੂੰ ਕਿ ਤੂੰ ਗੁਰੂ ਅਰਜਨ, ਉਹਨਾਂ ਨੇ ਜਿਹੜਾ ਸ਼ਬਦ ਵਰਤਿਆ, ਮਾਫ ਕਰਨਾ, ਉਹਨਾਂ ਨੇ ਸ਼ਬਦ ਵਰਤਿਆ ਸੀ ਦੁਕਾਨ, ਕਿ ਜਿਹੜੀ ਦੁਕਾਨ ਇਹਨਾਂ ਨੇ ਇੱਥੇ ਚਲਾਈ ਹੈ ਉਹਨੂੰ ਕਿਸੇ ਤਰ੍ਹਾਂ ਬੰਦ ਕੀਤਾ ਤੇ ਕਰਵਾਇਆ ਜਾਏ। ਇਹ ਬਾਰ-ਬਾਰ ਸ਼ਿਕਾਇਤਾਂ ਆਉਂਦੀਆਂ ਰਹੀਆਂ, ਪਰ ਗ੍ਰਿਫਤਾਰੀ ਦਾ ਕਾਰਨ ਨਹੀਂ ਸੀ ਬਣ ਸਕਿਆ। ਹੁਣ ਜਿਹੜੇ ਕੱਟੜਪੰਥੀ ਇਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਕਿ ਕਿਤੇ ਨਾ ਕਿਤੋਂ ਸਾਨੂੰ ਕੋਈ ਬਹਾਨਾ ਮਿਲ ਜਾਏ। ਹਰ ਤਰ੍ਹਾਂ ਦੀ ਸ਼ਿਕਾਇਤਾਂ ਆਉਣ ਲੱਗ ਪਈਆਂ। ਪ੍ਰਿਥੀ ਚੰਦ ਵੀ ਜਹਾਂਗੀਰ ਤੱਕ ਪਹੁੰਚਦਾ ਹੈ, ਚੰਦੂ ਵਰਗਾ ਵੀ ਪਹੁੰਚਦਾ ਹੈ। ਕਹਿਣ ਲੱਗੇ ਇਹ ਜਿਹੜਾ ਮੁਰਤਜ਼ਾ ਖਾਂ ਇਹ ਵੀ ਇੱਥੇ ਤੱਕ ਪਹੁੰਚ ਕਰਦਾ ਹੈ। ਹੋਰ ਕਈ ਐਸੇ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਿਟਾਉਣ ਦੀ ਠਾਣ ਲਈ ਕਿ ਅਸੀਂ ਆ ਸੱਚ ਦੀ ਆਵਾਜ਼ ਜਿਸ ਘਰ ਚੋਂ ਆਉਂਦੀ ਹੈ ਉਸ ਘਰ ਦੀ ਸੱਚ ਦੀ ਆਵਾਜ਼ ਨੂੰ ਦਬਾਉਣਾ। ਇਹ ਤੇ ਕਿੰਨੀ ਵਾਰ ਹੋ ਚੁੱਕਾ ਹੈ, ਪਰ ਗੁਰੂ ਸਾਹਿਬ ਕਹਿੰਦੇ ਇੱਥੇ ਸੱਚ ਨਹੀਂ ਜੇ ਦਬਾਇਆ ਜਾਣਾ। ਸੱਚ ਸੁਣਾਏ ਸੀ ਸੱਚ ਕੀ ਵੇਲਾ, ਸਮੇਂ-ਸਮੇਂ ਨਾਲ ਸੱਚ ਦੀ ਆਵਾਜ਼ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਨਿਕਲਦੀ ਹੈ ਤੇ ਨਿਕਲਦੀ ਰਹੇਗੀ। ਸੱਚ ਨੂੰ ਦਬਾਉਣ ਵਾਲੇ ਆਪ ਭਾਵੇਂ ਹੰਕਾਰ ਦੇ ਥੱਲੇ ਦੱਬੇ ਜਾਣ, ਪਰ ਉਹ ਸੱਚ ਨੂੰ ਦਬਾ ਨਹੀਂ ਸਕਦੇ। ਖੈਰ, ਇਹਨਾਂ ਨੂੰ ਬਹਾਨਾ ਨਹੀਂ ਸੀ ਮਿਲ ਰਿਹਾ, ਕਾਰਨ ਨਹੀਂ ਸੀ ਲੱਭ ਰਿਹਾ। ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਜਹਾਂਗੀਰ ਦਾ ਜਿਹੜਾ ਪੁੱਤਰ ਸੀ ਨਾ, ਖੁਸਰੋ, ਇਹਨੇ ਬਗਾਵਤ ਕਰ ਦਿੱਤੀ। ਤੇ ਆਪ ਜੀ ਨੂੰ ਪਤਾ ਹੈ ਬਗਾਵਤ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਹੁੰਦੀ ਹੈ, ਤੇ ਜਿਹੜਾ ਬਗਾਵਤ ਦਾ ਕਰਨ ਵਾਲੇ ਬਾਗੀ ਦਾ ਸਾਥ ਦੇਵੇ ਉਹਨੂੰ ਵੀ ਮੌਤ ਦੀ ਸਜ਼ਾ ਹੈ। ਕਹਿੰਦੇ ਨੇ ਜਦੋਂ ਇਹ ਦਿੱਲੀ ਤੋਂ ਤੁਰਿਆ ਲਾਹੌਰ ਜਾਣ ਵਾਸਤੇ, ਤੇ ਉਦੋਂ ਦਿੱਲੀ ਤੋਂ ਲਾਹੌਰ ਜਾਣ ਲਈ ਇਹ ਬਿਆਸ ਜਿਹੜਾ ਇਹਨੂੰ ਪਾਰ ਕਰਨਾ ਪੈਂਦਾ ਸੀ, ਭਾਵ ਗੋਇੰਦਵਾਲ ਸਾਹਿਬ ਦੇ ਕੋਲੋਂ ਦੀ ਲੰਘਣਾ ਪੈਂਦਾ ਸੀ ਉਸ ਵੇਲੇ। ਜਦੋਂ ਕਹਿੰਦੇ ਇਹ ਤੁਰਿਆ ਇੱਥੇ ਗੋਇੰਦਵਾਲ ਸਾਹਿਬ ਦੇ ਕੋਲੋਂ ਦੀ ਲੰਘਿਆ, ਤੇ ਹੋ ਸਕਦਾ ਹੈ ਕਿ ਇਹਨੇ ਇੱਥੇ ਬੈਠ ਕੇ ਭੁੱਖਣ ਭਾਣਾ ਹੋਵੇ, ਹੋ ਸਕਦਾ ਵੀ ਇੱਥੇ ਬੈਠ ਕੇ ਲੰਗਰ, ਕਿਉਂਕਿ ਗੁਰੂ ਅਮਰਦਾਸ ਜੀ ਨੇ ਇੱਕ ਰਹਿਤ ਮਰਿਆਦਾ ਇੱਥੇ ਬਣਾ ਦਿੱਤੀ ਸੀ ਕਿ ਪਹਿਲੇ ਪੰਗਤ, ਪਾਛੈ ਸੰਗਤ, ਫਿਰ ਰੰਗਤ, ਕਿ ਪਹਿਲੇ ਜਿਹੜਾ ਵੀ ਆਵੇ ਊਚ ਨੀਚ ਗਰੀਬ ਅਮੀਰ ਇਹ ਦੁਨੀਆ ਲਈ ਹੋਏਗਾ, ਸਾਡੇ ਲਈ ਸਾਰੇ ਇੱਕ ਬਰਾਬਰ ਨੇ, ਪੰਗਤ ਵਿੱਚ ਬੈਠ ਕੇ ਲੰਗਰ ਛਕੇ। ਕਹਿੰਦੇ ਨੇ ਹੋ ਸਕਦਾ ਵੀ ਇਹਨੇ ਇੱਥੇ ਬੈਠ ਕੇ ਲੰਗਰ ਛਕਿਆ ਹੋਵੇ, ਤੇ ਇਹਨਾਂ ਨੂੰ ਬਹਾਨਾ ਮਿਲ ਗਿਆ। ਇਹਨਾਂ ਨੇ ਉਸੇ ਵੇਲੇ ਕਹਿ ਦਿੱਤਾ, ਜਹਾਂਗੀਰ ਤੇਰੇ ਬਾਗੀ ਪੁੱਤਰ ਦੀ ਮਦਦ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਔਰ ਮਦਦ ਹੀ ਨਹੀਂ ਕੀਤੀ, ਉਹਨੂੰ ਕਹਿੰਦੇ ਜਿਹੜਾ ਕਈ ਪ੍ਰਕਾਰ ਉਹਦਾ ਸਵਾਗਤ ਵੀ ਕੀਤਾ, ਉਹਨੂੰ ਧਨ ਵੀ ਦਿੱਤਾ, ਪਨਾਹ ਵੀ ਦਿੱਤੀ, ਉਹਨੂੰ ਆਪਣੇ ਘਰੋਂ ਅੰਨ ਲੰਗਰ ਵੀ ਉਹਨਾਂ ਨੇ ਛਕਾਇਆ। ਪਰ ਜਦੋਂ ਆਪਾਂ ਤਵਾਰੀਖ ਵੇਖਾਂਗੇ ਨਾ, ਤੇ ਉਸ ਤਵਾਰੀਖ ਦੇ ਅਨੁਸਾਰ ਗੁਰੂ ਅਰਜਨ ਦੇਵ ਜੀ ਤਾਂ ਉਸ ਵੇਲੇ ਗੋਇੰਦਵਾਲ ਵਿੱਚ ਹੈ ਹੀ ਨਹੀਂ ਸੀ। ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਹੋਣਾ ਉਸ ਵੇਲੇ ਨਹੀਂ ਸੀ, ਪਰ ਇਹਨਾਂ ਨੂੰ ਬਹਾਨਾ ਮਿਲ ਗਿਆ। ਇਹਨਾਂ ਨੇ ਆਖਿਆ ਕਿ ਤੇਰੇ ਪੁੱਤਰ ਬਾਗੀ ਪੁੱਤਰ ਦੀ ਮਦਦ ਗੁਰੂ ਸਾਹਿਬ ਨੇ ਕੀਤੀ ਆ, ਜੇ ਤੂੰ ਹੁਣ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਫਿਰ ਕਦੋਂ ਕਰੇਗਾ। ਉਸ ਵੇਲੇ ਇਹ ਮੁਰਤਜ਼ਾ ਖਾਂ ਗਿਆ ਸੀ ਜਹਾਂਗੀਰ ਦੇ ਕੋਲ, ਉਹ ਕਹਿਣ ਲੱਗਾ ਦੇਖ ਹੁਣ ਤੈਨੂੰ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰਨਾ ਪਏਗਾ, ਕਿਉਂਕਿ ਤੇਰੇ ਪੁੱਤਰ ਦੀ ਮਦਦ ਉਹਨਾਂ ਨੇ ਹਰ ਪ੍ਰਕਾਰ ਨਾਲ ਕੀਤੀ ਹੈ। ਫਿਰ ਬੇਨਤੀ ਕਰਾਂ, ਜੇ ਤਵਾਰੀਖ ਦੇ ਅਨੁਸਾਰ ਚੱਲੋਗੇ ਤੇ ਗੁਰੂ ਸਾਹਿਬ ਦਾ ਮੇਲ ਖੁਸਰੋ ਦੇ ਸਹਿਜਾਦਾ ਖੁਸਰੋ ਨਾਲ ਨਹੀਂ ਹੋਇਆ, ਪਰ ਇਹਨਾਂ ਨੂੰ ਮੌਕਾ ਮਿਲ ਗਿਆ, ਬਹਾਨਾ ਮਿਲ ਗਿਆ। ਉਸੇ ਵੇਲੇ ਜਹਾਂਗੀਰ ਨੇ ਕਹਿੰਦੇ ਗ੍ਰਿਫਤਾਰੀ ਦਾ ਵਾਰੰਟ ਜਿਹੜਾ ਸੀ ਉਹ ਜਾਰੀ ਕੀਤਾ। ਮੁਰਤਜ਼ਾ ਖਾਨ ਨੂੰ ਆਖਿਆ ਤੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਜਾਣਾ ਹੈ। ਪਹੁੰਚਿਆ, ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਲੱਗਾ, ਤੇ ਗੁਰੂ ਅਰਜਨ ਦੇਵ ਜੀ ਕੌਣ ਨੇ?
ਜਦੋਂ ਅਸੀਂ ਬਾਣੀ ਵਿੱਚ ਗੁਰੂ ਸਾਹਿਬ ਦੀ ਉਸਤਤ ਵਿੱਚ ਆਪਾਂ ਜੁੜਦੇ ਹਾਂ ਤੇ ਕਹਿਣ ਲੱਗੇ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਹਰੀ ਦਾ ਰੂਪ ਨੇ ਗੁਰੂ ਅਰਜਨ ਦੇਵ ਮਹਾਰਾਜ। ਕਹਿੰਦੇ ਨੇ ਜਦੋਂ ਪਤਾ ਲੱਗਾ ਤੇ ਸਾਹਿਬ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਜਿੰਨੇ ਵੀ ਇਤ ਆਦਿਕ ਸੂਝਵਾਨ ਕਮਾਈ ਵਾਲੇ ਗੁਰਸਿੱਖ ਸਾਰਿਆਂ ਨੂੰ ਬਿਠਾ ਕੇ ਫੈਸਲਾ ਕੀਤਾ ਕਿ ਇਸ ਥਾਂ ਦੀ ਜ਼ਿੰਮੇਵਾਰੀ, ਗੁਰੂ ਨਾਨਕ ਸਾਹਿਬ ਦੇ ਘਰ ਦੀ ਜ਼ਿੰਮੇਵਾਰੀ, ਇਸ ਤਖਤ ਤੇ ਕੌਣ ਬੈਠੇਗਾ ਤੇ ਉਹ ਹੈ ਗੁਰੂ ਹਰਗੋਬਿੰਦ ਸਾਹਿਬ। ਆਪਾਂ ਕੁਝ ਦਿਨ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਪੁਰਬ ਜਿਹੜਾ ਭਾਵਨਾ ਦੇ ਨਾਲ ਮਨਾਇਆ ਹੈ। ਗੁਰੂ ਸਾਹਿਬ ਨੇ ਜ਼ਿੰਮੇਵਾਰੀ ਹਰਗੋਬਿੰਦ ਸਾਹਿਬ ਨੂੰ ਦਿੱਤੀ ਹੈ। 1606 ਦਾ ਸਮਾਂ ਆਉਂਦਾ ਹੈ। ਗੁਰੂ ਸਾਹਿਬ ਜੀ 5 ਸਿੱਖਾਂ ਦੇ ਨਾਲ ਉਸ ਵੇਲੇ ਲਾਹੌਰ ਜਾਂਦੇ ਨੇ। ਲਾਹੌਰ ਦੇ ਵਿੱਚ ਕਹਿੰਦੇ ਕਚਹਿਰੀ ਵਿੱਚ ਸਵਾਲ ਜਵਾਬ ਹੋਏ ਤੇ ਗੁਰੂ ਸਾਹਿਬ ਜੀ ਉੱਤੇ ਕਈ ਝੂਠੇ ਇਲਜ਼ਾਮ ਜਿਹੜੇ ਨੇ ਉਹ ਲਾਏ ਗਏ ਕਿ ਤੁਸੀਂ ਜਾਂ ਤਾਂ ਗ੍ਰੰਥ ਸਾਹਿਬ ਜੀ ਜੋ ਅਸੀਂ ਕਹਿੰਦੇ ਆ ਉਹ ਤੁਸੀਂ ਮੰਨ ਲਓ, ਗ੍ਰੰਥ ਸਾਹਿਬ ਜੀ ਵਿੱਚ ਸਾਡੀ ਜਿਹੜੀ ਬਾਣੀ ਹੈ ਉਹਨੂੰ ਦਰਜ ਕਰੋ। ਸਾਹਿਬ ਕਹਿੰਦੇ ਨਹੀਂ ਹੋ ਸਕਦਾ, ਜਿਵੇਂ ਅਸੀਂ ਕਹਿੰਦੇ ਆ ਉਵੇਂ ਕਰੋ, ਨਹੀਂ ਹੋ ਸਕਦਾ। ਤੁਸੀਂ ਖੁਸਰੋ ਦੀ ਬਗਾਵਤ ਬਾਗੀ ਦੀ ਮਦਦ ਕੀਤੀ, ਕਹਿਣ ਲੱਗੇ ਤੁਹਾਨੂੰ ਜੁਰਮਾਨਾ ਲੱਗੇਗਾ। ਸਾਹਿਬ ਕਹਿੰਦੇ ਜਦੋਂ ਜੁਰਮ ਹੀ ਨਹੀਂ ਕੀਤਾ ਤੇ ਜੁਰਮਾਨਾ ਕਾਹਦਾ? ਜੇ ਅਸੀਂ ਕੋਈ ਭੁੱਲ ਗਲਤੀ ਕੀਤੀ ਨਹੀਂ ਤੇ ਜੁਰਮਾਨਾ ਕਾਹਦਾ ਭਰਨਾ? ਕਹਿਣ ਲੱਗੇ ਫਿਰ ਤੁਹਾਨੂੰ ਮੌਤ ਦੇ ਹਵਾਲੇ ਕੀਤਾ ਜਾਏਗਾ। ਸਾਹਿਬ ਜੀ ਕਹਿੰਦੇ ਆ ਇਹ ਤਾਂ ਕਦੋਂ ਦਾ ਆਪਾਂ ਸਿੱਖਿਆ ਹੋਇਆ ਤੇ ਅਸੀਂ ਤੇ ਸਿੱਖਾਂ ਨੂੰ ਸਿਖਾਉਂਦੇ ਹੀ ਇਹ ਆ। ਜਿਹੜਾ ਵੀ ਸਾਡੇ ਕੋਲ, ਅਸੀਂ ਧਰਮ ਵਰਨ ਨਹੀਂ ਵੇਖਦੇ, ਅਸੀਂ ਤੇ ਆਉਣ ਵਾਲੇ ਨੂੰ ਕਹਿੰਦੇ ਆ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਕਹਿੰਦੇ ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਆ ਨਾ, ਉਹ ਵੀ ਇਹੀ ਸਿਖਾਉਂਦੇ ਪਏ ਨੇ ਆਉਣ ਵਾਲਿਆਂ ਨੂੰ। ਕਹਿਣ ਲੱਗੇ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਗੁਰੂ ਸਾਹਿਬ ਸਤਿਗੁਰੂ ਮਹਾਰਾਜ ਜਿੱਥੇ ਅਨੰਤ ਬਖਸ਼ਿਸ਼ਾਂ ਸਾਹਿਬ ਨੇ ਵਰਤਾਈਆਂ ਨੇ, ਉੱਥੇ ਲਾਹੌਰ ਵਿੱਚ ਵੀ ਸਾਹਿਬ ਜੀ ਬਖਸ਼ਿਸ਼, ਕਿਉਂਕਿ ਕੋਈ ਸਮਾਂ ਸੀ ਜਦੋਂ ਲਾਹੌਰ ਵਿੱਚ ਕਾਲ ਪੈ ਗਿਆ ਸੀ ਤੇ ਉਦੋਂ ਗੁਰੂ ਅਰਜਨ ਦੇਵ ਮਹਾਰਾਜ ਹੀ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਸੀ ਆਪਣਾ ਦਸਵੰਧ ਲਾਹੌਰ ਵਿੱਚ ਭੇਜੋ ਤਾਂ ਕਿ ਜਿਹੜਾ ਕਾਲ ਪੈ ਗਿਆ, ਇਹ ਭੁੱਖ ਮਰੀ ਜਿਹੜੀ ਫੈਲ ਗਈ ਹੈ, ਇਹਨੂੰ ਖਤਮ ਕੀਤਾ ਜਾ ਸਕੇ। ਅੱਜ ਉਸੇ ਲਾਹੌਰ ਦੇ ਵਿੱਚ ਕਹਿੰਦੇ ਜਦੋਂ ਸਵਾਲ ਜਵਾਬ ਹੋਏ, ਗੁਰੂ ਸਾਹਿਬ ਜੀ ਡੋਲੇ ਨਹੀਂ, ਅਡੋਲ ਰਹੇ, ਤਾਂ ਫਿਰ ਉਸ ਵੇਲੇ ਯਾਸਾ ਕਾਨੂੰਨ ਦੇ ਆਧਾਰ ਤੇ ਕਹਿੰਦੇ ਇਹ ਜਿਹੜਾ ਸਤਿਗੁਰੂ ਜੀ ਨੂੰ ਫੈਸਲਾ ਸੁਣਾਇਆ ਗਿਆ ਕਿ ਇਹਨਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਜਾਏ। ਤੇ ਉਹ ਯਾਸਾ ਕਾਨੂੰਨ ਜਿਹੜਾ ਸੀ ਇਹ ਇਸ ਤਰ੍ਹਾਂ ਦਾ ਸੀ ਕਿ ਇਹਦੇ ਵਿੱਚ ਇੱਕ ਵੀ ਖੂਨ ਦੀ ਬੂੰਦ ਡੁੱਲਣੀ ਨਹੀਂ ਚਾਹੀਦੀ, ਇੱਕ ਵੀ। ਇਹ ਵੈਸੇ ਧਰਮੀਆਂ ਵਾਸਤੇ ਹੀ ਬਣਾਇਆ ਗਿਆ ਸੀ। ਜਿਹੜਾ ਯਾਸਾ ਕਾਨੂੰਨ ਬਣਾਇਆ ਨਾ, ਇਹ ਬਣਾਇਆ ਹੀ ਧਰਮੀ ਲੋਕਾਂ ਵਾਸਤੇ ਗਿਆ ਸੀ, ਕਿਉਂਕਿ ਧਰਮੀ ਜਿਹੜਾ ਧਰਮੀ ਹੋਏਗਾ ਉਹਦੇ ਖੂਨ ਦੀ ਇੱਕ ਵੀ ਬੂੰਦ ਕਿਤੇ ਜ਼ਮੀਨ ਤੇ ਡੁੱਲ ਗਈ, ਪਤਾ ਨਹੀਂ ਹੋਰ ਕਿੰਨੇ ਧਰਮੀ ਤੇ ਪੈਦਾ ਹੋ ਜਾਣਗੇ, ਕਿੰਨੇ ਸੂਰਵੀਰ ਯੋਧਾ ਪੈਦਾ ਹੋ ਜਾਣਗੇ। ਇਸ ਲਈ ਤਸੀਹੇ ਉਹ ਦਿੱਤੇ ਜਾਣ ਜਿਹਦੇ ਨਾਲ ਇੱਕ ਵੀ ਖੂਨ ਦੀ ਬੂੰਦ ਡੁੱਲੇ ਨਾ, ਅੰਦਰੋਂ ਹੀ ਅੰਦਰ ਖੂਨ ਜਿਹੜਾ ਸੜ ਕੇ ਸੁੱਕ ਜਾਏ। ਉਹ ਤਸੀਹੇ ਆਪਾਂ ਜਾਣਦੇ ਹੀ ਹਾਂ। ਜਦੋਂ ਫੈਸਲਾ ਕੀਤਾ ਗਿਆ ਤੇ ਉਸ ਵੇਲੇ ਕਹਿੰਦੇ ਇਹ ਜਿਹੜਾ ਕਾਨੂੰਨ ਬਣਾਇਆ ਨਾ, ਜਦੋਂ ਅਸੀਂ ਵੇਖਾਂਗੇ ਤੇ ਪਤਾ ਲੱਗਦਾ ਹੈ ਕਿ ਇਹ ਤਕਰੀਬਨ ਚੰਗੇਜ਼ ਖਾਂ ਦੇ ਵੇਲੇ 1252 ਦੇ ਕਰੀਬ ਇਹ ਜਿਹੜਾ ਯਾਸਾ ਕਾਨੂੰਨ ਬਣਾਇਆ ਗਿਆ ਸੀ ਕਿ ਜਿਹੜੇ ਧਰਮੀ ਲੋਕ ਨੇ ਉਹਨਾਂ ਨੂੰ ਇਸ ਕਾਨੂੰਨ ਵਿੱਚ ਲਿਆ ਕੇ ਸਜ਼ਾ ਦਿੱਤੀ ਜਾਏ। ਕਹਿੰਦੇ ਗੁਰੂ ਸਾਹਿਬ ਲਈ ਵੀ ਉਹੀ ਕਾਨੂੰਨ ਵਰਤਿਆ ਗਿਆ, ਉਹੀ ਧਾਰਾ ਲਾਈ ਗਈ। ਤੇ ਗੁਰੂ ਸਾਹਿਬ ਨੂੰ ਜਦੋਂ ਤਸੀਹੇ ਦੇਣੇ ਸੀ ਤਾਂ ਚੰਦੂ ਨੇ ਆਖਿਆ ਜਹਾਂਗੀਰ ਨੂੰ ਕਿ ਇਹ ਜਿਹੜੇ ਜ਼ਿੰਮੇਵਾਰੀ ਮੈਨੂੰ ਸੌਂਪ ਦਿਓ, ਮੈਂ ਗੁਰੂ ਸਾਹਿਬ ਜੀ ਕੋਲੋਂ ਜਾ ਕੇ ਜੁਰਮਾਨਾ ਕਬੂਲ ਕਰਵਾ ਲਾਂਗਾ ਤੇ ਜਾਂ ਫਿਰ ਤੁਹਾਡੇ ਇਸ ਲਾਏ ਹੋਏ ਜਿਹੜਾ ਕਾਨੂੰਨ, ਇਸ ਦਾਇਰੇ ਧਾਰਾ ਲਾਈ ਗਈ ਜਿਹੜੀ, ਉਸ ਮੁਤਾਬਕ ਤਸੀਹੇ ਦਿਆਂਗਾ। ਫਿਰ ਉੱਥੋਂ ਗੁਰੂ ਸਾਹਿਬ ਨੂੰ ਚੰਦੂ ਹਵੇਲੀ ਵਿੱਚ ਲੈ ਕੇ ਆਉਂਦਾ ਹੈ। ਇੱਥੇ ਭੁੱਖਣ ਭਾਣੇ ਗੁਰੂ ਸਾਹਿਬ ਜੀ ਨੂੰ ਰੱਖਦਾ ਹੈ, ਪਰ ਰੱਖਦਾ ਵੀ ਕਿਹਨੂੰ ਹੈ? ਜਿਹੜਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਰੱਖਦਾ ਵੀ ਕਿਹਨੂੰ ਹੈ? ਜਿਹੜਾ ਗੁਰ ਅਰਜਨ ਪ੍ਰਤੱਖ ਹਰੀ ਦਾ ਰੂਪ ਨੇ ਭੁੱਖਣ ਭਾਣੇ ਰੱਖਦਾ ਹੈ। ਪਰ ਸਤਿਗੁਰੂ ਜੀ ਖਿੜੇ ਮੱਥੇ ਇੱਕੋ ਗੱਲ ਕਹਿੰਦੇ ਆ, ਤੇਰਾ ਕੀਆ
मीठा लागै हर नाम पदार्थ नानक मांगै। फिर जदों कहंदे देखिया डोले नहीं तो फिर तवी नूं जिहड़ा है वो अग बाल के लाल कीता जांदा है। बड़ा सोहना किसी पंजाबी कवि ने लिखिया, कहन लगे चंदू चंदरा चंद चढ़ाउण लगा। चंदू चंदरा सी ना, ताई ते ये कारा करन लगा है जिन्हों गुरु अर्जन देव पातशाह विचों वो अकाल पुरख वाहिगुरु दिसदा ही कोई नहीं पिया। साईं मियाँ मीर नूं दिसिया सी ते उन्हां ने कहा सी, कहंदे ओ किनू तवी ते बिठाता जे, जिन्हों राम कहंदे हो ओही राम है जिन्हों तवी ते बिठाया। जिन्हों अल्लाह कहंदे हो ये ओही अल्लाह है जिन्हों तुसी तवी ते बिठाता। एक पासे रब दी मेहर चाहुंदे हो, दूजे पासे रब नूं ही तती तवी ते बिठाउंदे हो। ये साईं मियाँ मीर दी अख ने वेखिया सी। खैर चंदू चंदरा चंद चढ़ाउण लगा, कहन लगा लो नूं तपाओ छेती, सूरज नूं ला के पी के रेत इस दी, अर्जन गुरु दे सीस ते पाओ छेती। सतगुर आए आके कहन लगे लो तपाउण दा तुसां नूं ढंग कोई नहीं। शहीदी अज जिहड़ा रंग मंगदी है इस लो ते जापदा है, ओ रंग कोई नहीं। साहब कहंदे जिहड़ी शहीदी अज रंग मंगदी है ना, कहंदे चंदरा चंदू तैनूं लो तपाउणी नहीं आउंदी। कहंदे देख जिहड़ा रंग मैनूं शहादत दा चाहीदा है अजे तक तेरी तवी नूं रंग ओ चढ़िया ही कोई नहीं है। सतगुरु महाराज उस मालिक दे हुक्म विच भाणे विच तवी उत्ते चौंकड़ा मार के बैठ के अडोल बस इक्को गल कहंदे, ज्यों ज्यों तेरा हुक्म तिवै त्यो होवना, जै जै रखे आप तै जाए खड़ोवना। ये सानू सिखाउंदे आ। असीं माड़ा जा दुख आए ते डोल दे कबरां वल भज लैने आ, माड़ा जा किते परेशानियां आ जाण असीं चल जन्ने आ देहधारियां वल, जोशियां वल, धागे तवीतां वल। गुरु साहब कहंदे गुरु के सिखो, जे तुसीं नाम दी कमाई करोगे ना जिन्नी मर्जी मुसीबतां आ जाण तुसीं डोलोगे नहीं, तुसीं घबराओगे। इस तो वड्डी होर की हो सकदा है। तां माड़ी जी हवा उबलदे पानी विचों भाप नूं किते उंगल करके वेखियो ते तत्ती तवी ते बैठे आ गुरु साहब चौंकड़ा मार के, चमड़ी जिहड़ी आ वो झुलस रही है। पर देखिया अडोल ने, कहंदे फिर भी चंदरू ने ये चंदू ने चंदरे ने कारा कीता। कहंदे रेत नूं तपाया, तपदी होई रेत लाल सुरख होई रेत साहब जी दे सीस दे उत्ते पाई है ते सतगुरु जी दे तन ते कपड़ा बस्तर कोई नहीं, सिर्फ एक कशहरा साहब जी दे है। कहंदे उस रेत सीस ते पैंदी है, उबलदे पानी विच बिठा के तसीहा दिता गया। पर गुरु साहब अडोल रह के उस मालिक दे भाणे नूं मिठा करके मनदे ने। सारा शरीर जिहड़ा है कहंदे उहदे ते फलूहे जिवें पानी भर जांदा है इस तरह दा हो गया। तुरना दी गुरु साहब लई उस वेले औखा सी, पर इन्ने तसीहे देण तो बाद भी जदों डोले ना ना ते फिर अखीर इन्हें फैसला किया कि रावी दे विच रोड़ दिता जाए। गुरु अर्जन देव पातशाह जी नूं रावी दे किनारे ते लिआंदा गया। कईयां दा कहना है कि सतगुरु जी ने पहला जपजी साहब दा पाठ किया है। जदों पाठ किया इन्हां ने फिर रावी विच जिहड़ा सी ओह रोड़ दिता। अज दे दिन गुरु अर्जन देव महाराज जी सूरज किरण मिले, जल का जल हुआ राम, ज्योति ज्योत रली संपूर्ण थिया राम। शहादत शहादत दा जाम पी के इन्ने तसीहे सह के भी सानू एक गल सिखाउंदे ने कि तुसीं अमृत बाणी दा अभ्यास करो, तुहानू भी ओदा भाणा मिठा लगेगा। जे तुसीं नाम दे अभ्यासी ना बने तां बाबा फरीद साहब ने तां कहा ही है, धिग तिन्हां दा जीविया जिन्हां विडाणी आस। उन्हां दा जीवना ते ओह सुख विच भी दुख मनाउंदे आ, पर जिहड़े बाणी दा अभ्यास करदे ओह दुख विच सूख मनाई दी अवस्था दे मालक बनदे ने। खैर जदों गुरु साहब कोल भट्ट आउंदे इक्को गल जिहड़ी उन्हां नूं समझ आई ਉਹ सानू तुहानू समझाउंदे ने। जब लो नहीं भाग लिलार उदय, तब लो भरमते फिरते बहुत आयो। कल घोर समुंदर में बूढ़त थे, कब हूँ मिट है नहीं रे पछतायो। तत् विचार यह मथुरा, जग तारन को
ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਦੇ ਪਾਤਸ਼ਾਹ ਤੁਹਾਡਾ ਆਸਰਾ ਲੈ ਕੇ ਜਿਨ੍ਹਾਂ ਨੇ ਗੁਰਬਾਣੀ ਨੂੰ ਜਪਿਆ ਉਹ ਗਰਭ ਜੋਨ ਵਾਲੇ ਸੰਕਟ ਤੋਂ ਬਚ ਜਾਂਦੇ ਆ ਦੁਨੀਆ ਦੇ ਸੰਕਟ ਤਾਂ ਕੀ ਨੇ, ਸਭ ਤੋਂ ਵੱਡਾ ਸੰਕਟ ਹੈ ਗਰਭ ਜੋਨੀ ਦਾ, ਉਹਦੇ ਤੋਂ ਬਚ ਜਾਂਦੇ ਨੇ। ਅਸੀਂ ਵੀ ਐਸੇ ਗੁਰੂ ਤੋਂ ਬਲਿਹਾਰੇ ਜਾਈਏ ਤੇ ਬਲਿਹਾਰੇ ਜਾਂਦਿਆਂ ਹੋਇਆਂ ਗੁਰੂ ਦੇ ਰਾਹੀਂ ਅੰਮ੍ਰਿਤ ਬਾਣੀ ਨੂੰ ਜਪੀਏ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ, ਫਿਰ ਸੰਕਟ ਜੋਨ ਗਰਭ ਨ ਆਇਓ। ਫਿਰ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਐਸੇ ਗੁਰੂ ਤੋਂ ਸੱਦ ਕੇ ਜਾਈਏ। ਗੁਰੂ ਸਾਹਿਬ ਜੀ ਨੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਨੇ ਬਾਣੀ ਵਿੱਚੋਂ ਉਹਨੂੰ ਆਪਣੇ ਜੀਵਨ ਅੰਦਰ ਧਾਰਨ ਕਰੀਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖਣ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾ ਆਇੜਿਆ, ਹੀੜਾ ਜਲੈ ਮਜੀਠ, ਜਿਉ ਉਪਰ ਅੰਗਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ